ਹੈਲੋ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ 'ਤੇ ਗਿਆਨਮ ਰੋਪੜ। ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕੁਝ ਕੁਐਸਚਨ ਪਰਸੈਂਟੇਜ ਨਾਲ ਰਿਲੇਟਡ। ਪਰਸੈਂਟੇਜ ਤੁਸੀਂ ਸਾਰੇ ਅਵੇਅਰ ਹੋ ਕਿ ਇੱਕ ਇੰਪੋਰਟੈਂਟ ਚੈਪਟਰ ਆ, ਚਾਹੇ SSC ਦੇ ਐਗਜ਼ਾਮ ਹੋਣ, ਚਾਹੇ ਬੈਂਕਿੰਗ ਦੇ ਐਗਜ਼ਾਮ ਹੋ, ਚਾਹੇ ਸਟੇਟ ਲੈਵਲ ਦੇ, ਅਤੇ ਪਰਸੈਂਟੇਜ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਥੋੜ੍ਹੀ ਤੁਹਾਨੂੰ ਬੇਸਿਕ ਕਲੀਅਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਕੁਐਸਚਨਸ ਨੂੰ ਫਿਰ ਅਟੈਂਪਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਨੂੰ ਪਰਸੈਂਟੇਜ ਟੂ ਫਰੈਕਸ਼ਨ ਟੇਬਲ ਪਤਾ ਹੋਣਾ ਚਾਹੀਦਾ ਹੈ ਅਤੇ ਸਾਰੀ ਵੈਲਿਊਜ਼ ਤੁਹਾਨੂੰ ਕਲੀਅਰ ਹੋਣੀ ਚਾਹੀਦੀਆਂ। ਜਿਵੇਂ ਇੱਥੇ ਫਰੈਕਸ਼ਨ ਲਿਖਦਾ ਮੈਂ 1, ਇਹਨੂੰ ਮੈਂ ਇਕੁਅਲ ਬਰਾਬਰ ਰੱਖਦਾ 100% ਦੇ, ਤਾਂ 1/2 ਇਹਦਾ ਹਾਫ ਕਰ ਦੂੰਗਾ ਤਾਂ ਕਿੰਨਾ ਹੋ ਜਾਊਗਾ 50%। ਨੈਕਸਟ 1/3 ਕਿੰਨਾ ਹੋ ਜਾਏਗਾ 33, 1/3%। ਕਲੀਅਰ। ਐਵੇਂ ਪੂਰਾ ਟੇਬਲ ਹੁੰਦਾ ਆਪਣੇ ਕੋਲ 1 to 1/20 ਤੱਕ। ਠੀਕ ਹੈ, ਇਹਦੀ ਵੈਲਿਊ ਕਿੰਨੀ ਹੁੰਦੀ ਹੈ 5%। ਠੀਕ ਹੈ ਜੀ, ਇਹ ਟੇਬਲ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਥੋੜ੍ਹੀ ਜਿਹੀਆਂ ਗੱਲਾਂ ਹੋਰ ਹੁੰਦੀਆਂ। ਨੈਕਸਟ ਦੇਖਦੇ ਹਾਂ ਆਪਾਂ। ਜਿਵੇਂ ਤੁਹਾਨੂੰ ਕੁਐਸਚਨ ਪੁੱਛਿਆ ਜਾਵੇ, ਮੰਨ ਲਓ ਕਿ 40 is what % of 60। ਠੀਕ ਹੈ ਜੀ, ਤਾਂ ਤੁਸੀਂ ਸਿੰਪਲੀ ਕੀ ਕਰੋਗੇ 40/60 × 100। ਠੀਕ ਹੈ ਜੀ, ਇਹ ਕਿੰਨਾ ਆ ਜਾਏਗਾ ਤੁਹਾਡਾ 2/3। 2/3 ਕਿੰਨਾ ਹੁੰਦਾ 66.66%। ਠੀਕ ਹੈ, ਤਾਂ ਆਪਾਂ ਨੂੰ ਰੀਅਲ ਮਤਲਬ ਪੂਰੇ ਨੰਬਰਸ ਨਹੀਂ ਮੈਟਰ ਕਰਦੇ, ਰੇਸ਼ੋ ਨਾਲ ਵੀ ਆਪਾਂ ਕਰ ਸਕਦੇ ਹਾਂ। ਜਿਵੇਂ 40 ਪੁੱਛਿਆ ਸੀ ਨਾ 60 ਦਾ ਕਿੰਨਾ %, ਤਾਂ ਇਹਦੀ ਰੇਸ਼ੋ ਕਿੰਨੀ 2 ਰੇਸ਼ੋ ਕਿੰਨੀ ਬਣਦੀ ਸੀ 3, ਯਾਨੀ ਕਿ 2 ਸਿੰਪਲੀ ਪੁੱਛਿਆ ਸੀ ਕਿ 3 ਦਾ ਕਿੰਨਾ % ਹੈ, ਤਾਂ ਇਹਦੀ ਵੈਲਿਊ ਕਿੰਨੀ ਹੁੰਦੀ ਹੈ 66.66%, ਕਿਉਂਕਿ 1/3 ਕਿੰਨਾ ਹੁੰਦਾ 33, 1/3%। ਕਲੀਅਰ ਹੈ ਜੀ। ਜੇ ਤੁਹਾਨੂੰ ਇੱਦਾਂ ਪੁੱਛਿਆ ਹੁੰਦਾ ਕਿ 40 is what % ਲੈਸ ਦੈਨ 60। ਠੀਕ ਹੈ ਜੀ, 40 is what % ਲੈਸ ਦੈਨ 60। ਫਿਰ ਤੁਸੀਂ ਕਿੱਦਾਂ ਕਰਨਾ ਸੀ, ਦੇਖੋ ਧਿਆਨ ਨਾਲ। 40 60 ਤੋਂ ਕਿੰਨਾ % ਘੱਟ ਹੈ। ਠੀਕ ਹੈ ਜੀ, ਕਿੰਨਾ ਘੱਟ ਹੈ 20 ਘੱਟ ਹੈ। ਕੰਪੇਅਰ ਕਿੰਨਾ ਕਰਨਾ ਆਪਾਂ 60 ਨਾਲ, ਤਾਂ ਥੱਲੇ ਕੀ ਲਿਖਾਂਗੇ ਆਪਾਂ ਬੇਸ ਵੈਲਿਊ ਕੀ ਹੋ ਜਾਏਗੀ ਸਾਡੀ 60 ਹੋ ਜਾਏਗੀ। ਠੀਕ ਹੈ, ਪਰਸੈਂਟੇਜ ਕੱਢਣੀ ਹੈ ਤਾਂ ਆਪਾਂ 100 ਨਾਲ ਕੀ ਕਰ ਦਾਂਗੇ ਮਲਟੀਪਲਾਈ ਕਰ ਦਾਂਗੇ, ਅਤੇ ਇਹ ਕਿੰਨਾ ਆ ਗਿਆ 1/3। 1/3 ਦੀ ਵੈਲਿਊ ਕਿੰਨੀ ਹੁੰਦੀ ਹੈ 33.33%। ਕਲੀਅਰ ਹੈ। ਸਿੰਪਲੀ ਆਪਾਂ ਰੇਸ਼ੋ ਨਾਲ ਵੀ ਕਰ ਸਕਦੇ ਸੀ। ਰੇਸ਼ੋ ਕਿੰਨੀ ਬਣਨੀ ਸੀ 2:3। ਠੀਕ ਹੈ, ਆਪਾਂ ਨੂੰ ਸਿੰਪਲੀ ਕੀ ਪੁੱਛਿਆ ਗਿਆ ਕਿ 2/3 ਤੋਂ ਕਿੰਨਾ % ਲੈਸ ਹੈ। 2/3 ਤੋਂ 1 ਘੱਟ ਹੈ, ਕੀ ਤੋਂ 3 ਤੋਂ। 1/3 ਕਿੰਨਾ ਹੁੰਦਾ 33, 1/3%। ਆਈ ਹੋਪ ਇਹ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਠੀਕ ਹੈ, ਇੱਦਾਂ ਮੋਰ ਪੁੱਛ ਲਵੇ, ਜਿੱਦਾਂ ਮੰਨ ਲਓ 80 is how much % more than 60। 80 60 ਤੋਂ ਕਿੰਨਾ ਜ਼ਿਆਦਾ ਹੈ। ਠੀਕ ਹੈ, ਤਾਂ ਆਪਾਂ ਪਹਿਲਾਂ ਇਹਨਾਂ ਦੀ ਰੇਸ਼ੋ ਬਣਾ ਲੈਂਦੇ ਹਾਂ 80 ਅਤੇ 60 ਦੀ। ਹਾਂਜੀ, ਕੀ ਰੇਸ਼ੋ ਬਣੂਗੀ 4:3। ਤਾਂ ਸਿੰਪਲੀ ਆਪਾਂ ਨੂੰ ਪੁੱਛਿਆ ਕਿ 4:3 ਤੋਂ ਕਿੰਨਾ ਮੋਰ ਹੈ। ਠੀਕ ਹੈ, 1 ਜ਼ਿਆਦਾ ਹੈ। ਠੀਕ ਹੈ, 1 ਜ਼ਿਆਦਾ ਕਿਹਦੇ ਤੋਂ 3 ਤੋਂ। 1/3 ਵੀ ਕਿੰਨਾ ਹੁੰਦਾ ਆਪਣਾ 33, 1/3%। ਠੀਕ ਹੈ ਜੀ, ਇਹ ਕੁਛ ਬੇਸਿਕ ਜਿਹੀ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਇਹਦੀ ਨੈਟ ਚੇਂਜ ਹੁੰਦਾ ਹੈ, ਸਕਸੈਸਿਵ ਚੇਂਜ ਵੀ ਤੁਸੀਂ ਬੋਲਦੇ ਹੋ ਇਹਨੂੰ। ਠੀਕ ਹੈ, ਉਹ ਵੀ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਠੀਕ ਹੈ, ਮੰਨ ਲਓ ਕੋਈ ਵੈਲਿਊ ਹੈ ਜਾਂ ਪ੍ਰਾਈਸ ਕਿਸੇ ਚੀਜ਼ ਦਾ 100 ਰੁਪੀਜ਼ ਹੈ। ਠੀਕ ਹੈ, ਤਾਂ ਉਹਦੇ ਵਿੱਚ 2 ਇਨਕਰੀਮੈਂਟ ਆਉਂਦੇ ਹੈ। ਪਹਿਲਾਂ ਪ੍ਰਾਈਸ ਮੰਨ ਲਓ ਰਾਈਸ ਦਾ ਜਾਂ ਸ਼ੂਗਰ ਕੁਛ ਵੀ 100 ਰੁਪੀਜ਼ ਪ੍ਰਾਈਸ ਹੈ ਪਰ kg, ਅਤੇ ਪਹਿਲਾ ਇਨਕਰੀਮੈਂਟ ਹੁੰਦਾ ਉਹਦੇ ਵਿੱਚ 10% ਦਾ। ਠੀਕ ਹੈ ਜੀ, ਅਤੇ ਨੈਕਸਟ ਇਨਕਰੀਮੈਂਟ ਹੁੰਦਾ ਹੈ 20% ਦਾ। ਅਤੇ ਤੁਹਾਨੂੰ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਦੱਸੋ ਨੈਟ ਇਫੈਕਟ ਕੀ ਹੋਇਆ, ਨੈਟ ਇਫੈਕਟ। ਠੀਕ ਹੈ ਜੀ, ਜਾਂ ਫਿਰ ਨੈਟ ਚੇਂਜ ਜਾਂ ਫਿਰ ਸਕਸੈਸਿਵ ਚੇਂਜ। ਕਲੀਅਰ ਹੈ, ਇਹ ਪੁੱਛਿਆ ਜਾਂਦਾ। ਤਾਂ ਤੁਸੀਂ ਕਿੱਦਾਂ ਕਰੋਗੇ, ਦੇਖੋ ਪਹਿਲਾਂ ਬੇਸਿਕ ਤਰੀਕਾ ਕੀ ਹੈ 100 ਹੈ, 100 ਦੇ ਵਿੱਚ ਚੇਂਜ ਕਿੰਨਾ ਆਇਆ ਆਪਣੇ ਕੋਲ 10%। 100 ਦਾ 10% ਕਿੰਨਾ ਹੁੰਦਾ 10, ਯਾਨੀ ਕਿ 100 ਤੋਂ ਕਿੰਨਾ ਹੋ ਗਿਆ 110। ਉਹ ਤੋਂ ਬਾਅਦ 20% ਦਾ ਚੇਂਜ ਆਇਆ 20%। 10% ਕਿੰਨਾ ਹੋ ਗਿਆ 11, 20% ਕਿੰਨਾ ਹੋ ਗਿਆ 22। ਤਾਂ ਇਹਦੇ ਵਿੱਚ ਆਪਾਂ 22 ਐਡ ਕਰ ਲਾਂਗੇ, ਤਾਂ 132
ਆਪਣੇ ਕੋਲ ਆ ਗਿਆ। ਠੀਕ ਹੈ, 100 ਸੀਗਾ ਸਟਾਰਟਿੰਗ ਦੇ ਵਿੱਚ, 100 ਤੋਂ ਕਿੰਨਾ ਹੋ ਗਿਆ 132, ਇਹ ਨੈਟ ਇਫੈਕਟ ਹੋ ਗਿਆ। ਠੀਕ ਹੈ, ਇਹ ਕੁਛ ਬੇਸਿਕ ਜਿਹੀ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਤਾਂ ਕੁਐਸਚਨਸ ਦੇਖਦੇ ਹਾਂ ਥੋੜ੍ਹੇ, ਆਪਾਂ ਟਰਾਈ ਕਰਦੇ ਹਾਂ ਸੋਲਵ ਕਰਨ ਦੀ। ਹਾਂਜੀ, ਫਸਟ ਕੁਐਸਚਨ ਤੁਹਾਡੀ ਸਕਰੀਨ 'ਤੇ ਸ਼ੋ ਹੋ ਰਿਹਾ, ਇਹਨੂੰ ਪੜ੍ਹੋ ਅਤੇ ਟਰਾਈ ਕਰੋ ਸੋਲਵ ਕਰਨ ਦੀ। ਹਾਂਜੀ, ਇਫ 64 is added in a number, the number becomes 157 1/7% of itself. Find the number. ਦੇਖੋ ਕੋਈ ਨੰਬਰ ਹੈ ਸਟਾਰਟਿੰਗ ਦੇ ਵਿੱਚ, ਆਪਾਂ ਉਹਦੇ ਵਿੱਚ ਕਿੰਨਾ ਐਡ ਕੀਤਾ 64 ਐਡ ਕੀਤਾ, ਤਾਂ ਨੰਬਰ ਆਪਣੇ ਇਨਕਰੀਜ਼ ਹੋ ਗਿਆ। ਠੀਕ ਹੈ, ਜਿੰਨਾ ਸੀਗਾ ਉਹ ਤੋਂ ਕੁਛ ਇਨਕਰੀਜ਼ ਹੋ ਗਿਆ, ਤਾਂ ਇਨਕਰੀਜ਼ ਹੋ ਕੇ ਪਰਸੈਂਟੇਜ ਦੀ ਟਰਮਸ ਦੇ ਵਿੱਚ ਕਿੰਨਾ ਬਣ ਗਿਆ 157 1/7% ਆਫ ਇਟਸੈਲਫ। ਤਾਂ ਆਪਾਂ ਨੇ ਨੰਬਰ ਫਾਈਂਡ ਕਰਨਾ ਸੀ। ਪਹਿਲਾਂ ਤਾਂ ਆਪਾਂ ਨੂੰ ਦੇਖੋ ਇਹਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ 157 1/7%। ਠੀਕ ਹੈ ਜੀ, ਇਹਨੂੰ ਮੈਂ ਇੱਦਾਂ ਲਿਖ ਸਕਦਾ ਕਿ 100% ਪਲੱਸ 57 1/7%। ਹੁਣ 100% ਦਾ ਆਪਾਂ ਨੂੰ ਪਤਾ ਕਿ 1 ਹੁੰਦੀ ਹੈ ਫਰੈਕਸ਼ਨ ਦੇ ਵਿੱਚ। ਠੀਕ ਹੈ, 57 1/7 ਕਿੰਨਾ ਹੁੰਦਾ, ਦੇਖੋ 14 2/7% ਦੀ ਵੈਲਿਊ ਪਤਾ ਮੈਨੂੰ ਕਿੰਨੀ ਹੁੰਦੀ ਹੈ 1/7 ਹੁੰਦੀ ਹੈ। ਠੀਕ ਹੈ, ਮੈਂ 4 ਨਾਲ ਮਲਟੀਪਲਾਈ ਇੱਧਰ ਕਰ ਦਿੰਦਾ, 4 ਨਾਲ ਇੱਧਰ ਕਰ ਦਿੰਦਾ, ਤਾਂ 14 × 4 ਕਿੰਨਾ ਹੁੰਦਾ 56। ਠੀਕ ਹੈ, ਇਹ ਕਿੰਨਾ ਹੋ ਜਾਏਗਾ 56 8/7। ਠੀਕ ਹੈ ਜੀ, ਅਤੇ 8/7 ਕਿੰਨਾ ਹੁੰਦਾ 1/7 ਪਲੱਸ 56, 56 ਅਤੇ 1 ਕਿੰਨਾ ਹੋ ਗਿਆ 57, 1/7 ਹੋ ਗਈ। ਠੀਕ ਹੈ, ਯਾਨੀ ਕਿ 57 1/7 ਦੀ ਵੈਲਿਊ ਕਿੰਨੀ ਹੋ ਗਈ 4/7 ਹੋ ਗਈ, ਅਤੇ 100% ਕਿੰਨਾ ਹੁੰਦਾ 1। ਦੋਨਾਂ ਨੂੰ ਮੈਂ ਐਡ ਕਰ ਦੂੰਗਾ, ਕਿੰਨਾ ਹੋ ਜਾਊਗਾ ਇਹ 11/7 ਹੋ ਜਾਊਗੀ। ਠੀਕ ਹੈ, ਯਾਨੀ ਕਿ 157 1/7% ਦੀ ਵੈਲਿਊ ਕਿੰਨੀ ਹੋ ਗਈ 11/7। ਇਹਨੂੰ ਨੋਟ ਕਰ ਲਓ। ਠੀਕ ਹੈ ਜੀ, ਇੱਦਾਂ ਕਾਫੀ ਵੈਲਿਊਜ਼ ਹੁੰਦੀਆਂ ਆਪਣੇ ਕੋਲ, ਜਿੱਦਾਂ 91 2/3%। ਠੀਕ ਹੈ ਜੀ, 11/12 ਹੁੰਦੀ ਇਹਦੀ ਵੈਲਿਊ। ਠੀਕ ਹੈ, ਇੱਦਾਂ ਤੁਹਾਨੂੰ ਘੁਮਾ ਕੇ ਵੈਲਿਊਜ਼ ਆ ਸਕਦੀਆਂ, ਤਾਂ ਆਪਾਂ ਨੂੰ ਇਹਨਾਂ ਨੂੰ ਫਾਈਂਡ ਕਰਨਾ ਆਉਣਾ ਚਾਹੀਦਾ। ਠੀਕ ਹੈ ਜੀ, ਤਾਂ ਇਹ ਤਾਂ ਹੋ ਗਿਆ 11/7 ਦੀ ਵੈਲਿਊ। ਹੁਣ ਦੇਖੋ 7 ਆਪਾਂ ਇਹ ਫਾਰਮਲ ਨੰਬਰ ਮੰਨ ਲੈਂਦੇ 7। ਠੀਕ ਹੈ, 7 ਤੋਂ ਕਿੰਨਾ ਨੰਬਰ ਹੋ ਗਿਆ 11 ਹੋ ਗਿਆ, ਯਾਨੀ ਕਿ 4 ਦੀ ਚੇਂਜ ਆ ਗਈ। ਇੱਥੇ ਮੈਂ ਰੱਬ ਕਰਕੇ ਲਿਖ ਦਿੰਦਾ। ਠੀਕ ਹੈ ਜੀ, ਚੇਂਜ ਕਿੰਨੀ ਆ ਗਈ ਆਪਣੇ ਕੋਲ 11, 7 ਤੋਂ ਕਿੰਨਾ ਹੋਇਆ 11 ਹੋਇਆ ਨੰਬਰ, ਚੇਂਜ ਕਿੰਨੀ ਆਈ 4 ਦੀ ਚੇਂਜ ਆਈ। ਇਹ ਕਦੋਂ ਆਈ ਜਦੋਂ 64 ਐਡ ਕੀਤਾ, ਯਾਨੀ ਕਿ 4 ਦੀ ਵੈਲਿਊ 64, 1 ਦੀ ਵੈਲਿਊ 16 ਹੋ ਗਈ। ਤਾਂ ਤੁਸੀਂ ਨੰਬਰ ਫਾਈਂਡ ਕਰਨਾ, ਨੰਬਰ ਆਪਣਾ ਹੈ ਕਿੰਨਾ ਸੀ 7, ਤਾਂ 16 × 7 ਕਿੰਨਾ ਹੁੰਦਾ 112 ਆਪਣਾ ਰਾਈਟ ਆਨਸਰ ਆ ਜਾਏਗਾ। ਕਲੀਅਰ ਹੈ, ਇਹ ਸੀਗਾ ਸਾਡਾ ਫਸਟ ਕੁਐਸਚਨ। ਸੈਕਿੰਡ ਕੁਐਸਚਨ ਵੱਲ ਮੂਵ ਕਰਦੇ ਹਾਂ। ਇਹਦੇ ਨਾਲ ਦਾ ਹੀ ਕੁਐਸਚਨ ਹੈ, ਤੁਸੀਂ ਟਰਾਈ ਕਰ ਸਕਦੇ ਹੋ। ਇਫ 16 is added in a number, then result becomes 116 2/3% of itself. Find the number. ਸੇਮ ਕੁਐਸਚਨ ਹੈ। ਹੁਣ ਇਹਨੂੰ ਬ੍ਰੇਕ ਕਰ ਲੈਂਦੇ ਪਹਿਲਾਂ। 116 2/3% ਨੂੰ ਕਿੱਦਾਂ ਬ੍ਰੇਕ ਕਰਾਂਗੇ 100% ਪਲੱਸ 16 2/3%। 100% ਕਿੰਨਾ ਹੁੰਦਾ 1, 16 2/3% ਕਿੰਨਾ ਹੁੰਦਾ 1/6। ਦੋਨਾਂ ਨੂੰ ਐਡ ਕਰਾਂਗੇ ਕਿੰਨਾ ਹੋ ਜਾਊਗਾ 7/6। ਜੇ ਨੰਬਰ ਪਹਿਲਾਂ ਕਿੰਨਾ ਸੀ 6, ਤਾਂ 6 ਤੋਂ 7 ਹੋ ਗਿਆ। ਠੀਕ ਹੈ ਜੀ, ਅਤੇ ਆਪਾਂ ਦੇਖ ਲੈਂਦੇ ਹਾਂ ਕਿੱਦਾਂ ਹੋਇਆ ਇਹ। ਜਦੋਂ 1 ਐਡ ਕੀਤਾ, ਇਹ ਤਾਂ ਫਰੈਕਸ਼ਨ ਦੀ ਟਰਮਸ 'ਚ, ਵੈਸੇ ਆਪਾਂ ਕਿੰਨਾ 16 ਐਡ ਕੀਤਾ, ਅਤੇ ਫਾਈਂਡ ਦਾ ਨੰਬਰ 6 ਮੰਨਿਆ ਸੀ ਆਪਾਂ। 16 × 6 ਕਿੰਨਾ ਹੋ ਗਿਆ 96 ਆਪਣਾ ਆਨਸਰ ਆ ਗਿਆ। ਠੀਕ ਹੈ, ਸੈਕਿੰਡ ਆਨਸਰ 96 ਹੋ ਗਿਆ। ਥਰਡ ਕੁਐਸਚਨ ਦੇਖੋ, ਪੜ੍ਹੋ। ਇੱਦਾਂ ਦੇ ਕੁਐਸਚਨ ਵੀ ਆਉਂਦੇ ਆ ਏਰੀਆ ਰਿਲੇਟਡ। ਇਫ ਦ ਲੈਂਥ ਆਫ ਰੈਕਟੈਂਗਲ ਇਜ਼ ਇਨਕਰੀਜ਼ਡ ਬਾਈ 37 1/2%। ਹੁਣ 37 1/2% ਦੀ ਵੈਲਿਊ ਕਿੰਨੀ ਹੁੰਦੀ ਹੈ 3/8। ਯਾਨੀ ਕਿ ਜੇ ਪਹਿਲਾਂ 8 ਸੀ, 8 ਦੇ ਵਿੱਚ 3 ਦਾ ਇਨਕਰੀਮੈਂਟ, 8 ਤੋਂ ਕਿੰਨੀ ਹੋ ਗਈ 8 ਤੋਂ ਹੋ ਗਈ 11 ਕੀ ਲੈਂਥ। ਠੀਕ ਹੈ, ਐਂਡ ਬ੍ਰੈਡਥ ਇਜ਼ ਡਿਕਰੀਜ਼ ਬਾਈ 20%। 20% ਕਿੰਨਾ ਹੁੰਦਾ 1/5, ਯਾਨੀ ਕਿ 5 ਤੋਂ 1 ਘੱਟ ਗਈ, 5 ਤੋਂ ਕਿੰਨੀ ਹੋ ਗਈ 4। ਇਹ ਕੀ ਹੋ ਗਈ ਬ੍ਰੈਡਥ। ਕਹਿੰਦਾ ਫਾਈਂਡ ਦਾ ਪਰਸੈਂਟੇਜ ਚੇਂਜ ਇਨ ਏਰੀਆ। ਏਰੀਆ ਦੇ ਵਿੱਚ ਕਿੰਨਾ ਚੇਂਜ ਆਇਆ। ਹੁਣ ਏਰੀਆ ਕੀ ਹੁੰਦਾ ਲੈਂਥ ਇਨਟੂ ਬ੍ਰੈਡਥ। 8 × 5 ਕਿੰਨਾ ਹੋ ਗਿਆ 40। ਚਾਹੇ ਤਾਂ ਤੁਸੀਂ ਇੱਥੇ ਕੈਂਸਲ ਵੀ ਕਰ ਸਕਦੇ ਹੋ। 11 × 4 ਕਿੰਨਾ ਹੋ ਗਿਆ 44। ਠੀਕ ਹੈ ਜੀ, ਚਾਹੇ ਤਾਂ ਇੱਥੇ ਕੈਂਸਲ ਕਰ ਦਿਓ ਕਿ 2 ਹੋ ਗਿਆ, ਯਾਨੀ ਕਿ 10 ਤੋਂ ਕਿੰਨਾ ਹੋ ਗਿਆ 11, ਚਾਹੇ ਬਾਅਦ 'ਚੋਂ ਕੈਂਸਲ ਕਰ ਦਿਓ। ਠੀਕ ਹੈ, ਹੁਣ ਦੇਖੋ ਏਰੀਆ 10 ਤੋਂ 11 ਹੋਇਆ, 1 ਦਾ ਚੇਂਜ ਆਇਆ ਨਾ। ਕਿੱਥੋਂ ਆਇਆ ਚੇਂਜ 10 ਤੋਂ 10 ਤੋਂ, ਅਤੇ 1/10 ਕਿੰਨਾ ਹੁੰਦਾ ਤੁਹਾਡਾ 10%। 10% ਦਾ ਚੇਂਜ ਆ ਗਿਆ ਏਰੀਏ ਦੇ ਵਿੱਚ। ਠੀਕ ਹੈ, 40 ਤੋਂ 44 ਹੋ ਗਿਆ, ਜਾਂ ਫਿਰ 10 ਤੋਂ 11 ਹੋ ਗਿਆ, ਹੈ ਨਾ, ਅਤੇ 10% ਦਾ ਚੇਂਜ ਆ ਗਿਆ। ਇਹ ਆਪਣਾ ਰਾਈਟ ਆਨਸਰ ਹੋ ਗਿਆ। ਹਾਂਜੀ, ਸਿਮਿਲਰ ਕੁਐਸਚਨ ਹੈ 4th, ਟਰਾਈ ਕਰੋ ਇਹਨੂੰ।
ਇਫ ਦਾ ਰੇਡੀਅਸ ਆਫ ਏ ਸਰਕਲ ਇਜ਼ ਇਨਕਰੀਜ਼ਡ ਬਾਈ 25%, ਰੇਡੀਅਸ ਕਿੰਨਾ ਇਨਕਰੀਜ਼ ਕੀਤਾ 25% ਦੀ ਵੈਲਿਊ ਹੁੰਦੀ 1/4, ਯਾਨੀ ਕਿ 4 ਤੋਂ ਕਿੰਨਾ ਹੋ ਗਿਆ ਏਰੀਆ 5। ਫਾਈਂਡ ਦਾ ਪਰਸੈਂਟੇਜ ਚੇਂਜ ਇਨ ਇਟਸ ਏਰੀਆ, ਏਰੀਆ ਦੇ ਵਿੱਚ ਕਿੰਨਾ ਚੇਂਜ ਆਇਆ ਜਦੋਂ ਰੇਡੀਅਸ ਦੇ ਵਿੱਚ 25% ਦਾ ਚੇਂਜ ਆਇਆ ਜਾਂ ਇਨਕਰੀਮੈਂਟ ਹੋਇਆ ਹੈ ਨਾ। ਤਾਂ ਹੁਣ ਸਰਕਲ ਦਾ ਏਰੀਆ ਕੀ ਹੁੰਦਾ ਆਪਣੇ ਕੋਲ ਪਾਈ ਆਰ ਸਕੇਅਰ। ਆਰ ਦੇਖੋ ਪਾਈ ਤਾਂ ਇੱਕ ਕੌਂਸਟੈਂਟ ਵੈਲਿਊ ਹੈ, ਠੀਕ ਹੈ, ਉਹਦੀ ਵੈਲਿਊ ਕੌਂਸਟੈਂਟ ਦਾ ਮਤਲਬ ਕੀ ਹੈ ਜਿਹੜੀ ਵੈਲਿਊ ਮਤਲਬ ਚੇਂਜ ਨਹੀਂ ਹੋਣੀ, ਫਿਕਸ ਹੈ ਨਾ। 22/7 ਇਹ ਕੌਂਸਟੈਂਟ ਵੈਲਿਊ ਹੈ। ਦੇਖੋ ਹੁਣ ਏਰੀਆ ਮੈਟਰ ਕਿੱਥੋਂ ਕਰੂੰਗਾ, ਆਰ ਦੀ ਵੈਲਿਊ 'ਤੇ ਮੈਟਰ ਕਰੂੰਗਾ ਹੈ ਨਾ। 4 ਤੋਂ 5 ਹੋਇਆ ਸਕੇਅਰ ਹੈ ਤਾਂ 2 ਵਾਰੀ ਲਿਖ ਲਓ ਇਹਨੂੰ, 4 ਤੋਂ ਕਿੰਨਾ ਹੋ ਗਿਆ 5, 4 × 4 ਕਿੰਨਾ ਹੁੰਦਾ 16 ਏਰੀਆ, ਠੀਕ ਹੈ। 5 × 5 ਕਿੰਨਾ ਹੁੰਦਾ 25, ਯਾਨੀ ਕਿ 16 ਤੋਂ 25 ਹੋ ਗਿਆ। ਤਾਂ ਚੇਂਜ ਕਿੰਨਾ ਆਇਆ 9 ਦਾ ਚੇਂਜ ਆਇਆ, ਠੀਕ ਹੈ ਜੀ। 9 ਦਾ ਚੇਂਜ ਆਇਆ ਕਿੱਥੋਂ 16 ਤੋਂ। 9/16 ਦੀ ਵੈਲਿਊ ਫਾਈਂਡ ਕਰਨੀ ਹੈ ਆਪਾਂ ਨੇ, ਠੀਕ ਹੈ। ਸਿੰਪਲ ਹੈ, ਕਰ ਸਕਦੇ ਹਾਂ। 1/16 ਕਿੰਨਾ ਹੁੰਦਾ ਆਪਣੇ ਕੋਲ 16 2/3, ਠੀਕ ਹੈ। 16 2/3 ਇਹਨੂੰ 9 ਨਾਲ ਮਲਟੀਪਲਾਈ ਕਰ ਦੇਵਾਂਗੇ ਆਪਾਂ। 9 × 6 ਕਿੰਨਾ ਹੁੰਦਾ 54, ਠੀਕ ਹੈ ਜੀ। ਆਹ ਤਾਂ ਕੈਂਸਲ ਹੋ ਜਾਊਗਾ, ਠੀਕ ਹੈ। ਅਤੇ ਇਹ ਤਾਂ ਕੈਂਸਲ ਹੋ ਗਿਆ। ਇਹ ਕਿੰਨਾ ਹੋ ਗਿਆ 3 × 2 ਕਿੰਨਾ ਹੋ ਗਿਆ 6, ਜਾਂ ਫਿਰ ਇੱਦਾਂ ਕਰਦੇ ਇਹਨੂੰ ਇੱਕ ਮਿੰਟ ਰੁਕੋ। ਹਾਂਜੀ 9/16 ਫਾਈਂਡ ਕਰਨਾ ਆਪਾਂ ਨੇ, ਸੋਲਵ ਕਰ ਲੈਂਦੇ। 4 ਨਾਲ ਕੈਂਸਲ ਕਰ ਦਿੰਦੇ, ਇੱਥੇ ਕਿੰਨਾ ਆ ਗਿਆ 25 ਆ ਗਿਆ। 225/4, ਠੀਕ ਹੈ ਜੀ। ਇਹਨੂੰ ਡਿਵਾਈਡ ਕਰ ਲੈਂਦੇ ਹਾਂ, 5 ਟਾਈਮਸ ਜਾਊਂਗਾ, ਦੁਬਾਰਾ 6 ਟਾਈਮ 56.25% ਦਾ ਕੀ ਆਏਗਾ ਚੇਂਜ ਆਏਗਾ, ਠੀਕ ਹੈ। ਇਹ ਆਪਣਾ ਰਾਈਟ ਆਨਸਰ ਹੋ ਗਿਆ, ਠੀਕ ਹੈ ਜੀ। ਸੌਰੀ 1/16 ਹੁੰਦਾ ਆਪਣੇ ਕੋਲ 6.25 ਨੂੰ 9 ਨਾਲ ਮਲਟੀਪਲਾਈ ਕਰਨਾ ਸੀ, ਠੀਕ ਹੈ। 9 × 6 ਹੋ ਗਿਆ ਤੁਹਾਡਾ 54, ਠੀਕ ਹੈ। ਅਤੇ ਪਲੱਸ ਕਿੰਨਾ ਹੋ ਗਿਆ 225, ਅਤੇ 54 ਦੇ 2 ਕਿੰਨੇ ਹੋ ਗਏ 56.25, ਠੀਕ ਹੈ। ਇਸ ਤਰ੍ਹਾਂ ਵੀ ਕਰ ਸਕਦੇ ਹੋ, ਜਾਂ ਫਿਰ ਸਿੰਪਲ ਆਪਾਂ ਡਿਵਾਈਡ ਵੀ ਕਰ ਸਕਦੇ ਹਾਂ, ਠੀਕ ਹੈ। ਜਿੱਦਾਂ ਤੁਹਾਨੂੰ ਠੀਕ ਲੱਗੇ ਉਸ ਤਰ੍ਹਾਂ ਤੁਸੀਂ ਸੋਲਵ ਕਰ ਸਕਦੇ ਹੋ, ਠੀਕ ਹੈ ਜੀ। 56.25% ਆਪਣਾ ਆਨਸਰ ਆ ਗਿਆ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ, 5th ਕੁਐਸਚਨ ਵੱਲ ਪੜ੍ਹੋ ਧਿਆਨ ਨਾਲ। ਇਫ ਦਾ ਬੇਸ ਰੇਡੀਅਸ ਆਫ ਏ ਰਾਈਟ ਸਰਕੂਲਰ ਸਿਲੰਡਰ ਇਜ਼ ਇਨਕਰੀਜ਼ਡ ਬਾਏ 40% ਐਂਡ ਹਾਈਟ ਇਜ਼ ਰਿਡਿਊਸਡ ਬਾਏ 37 1/2%, ਫਾਈਂਡ ਦਾ ਪਰਸੈਂਟੇਜ ਚੇਂਜ ਇਨ ਇਟਸ ਵੋਲਿਊਮ। ਹੁਣ ਰਾਈਟ ਸਰਕੂਲਰ ਸਿਲੰਡਰ ਹੈ ਆਪਣੇ ਕੋਲ, ਕਲੀਅਰ ਹੈ ਜੀ। ਇਹਦਾ ਕੀ ਹੁੰਦਾ ਵੋਲਿਊਮ ਦਾ ਫਾਰਮੂਲਾ ਪਾਈ ਆਰ ਸਕੇਅਰ ਐਚ, ਠੀਕ ਹੈ। ਪਾਈ ਕੌਂਸਟੈਂਟ ਵੈਲਿਊ ਹੈ, ਆਰ ਰੇਡੀਅਸ 'ਤੇ ਡਿਪੈਂਡ ਕਰੇਗੀ ਵੋਲਿਊਮ ਜਾਂ ਫਿਰ ਹਾਈਟ 'ਤੇ, ਠੀਕ ਹੈ। ਰੇਡੀਅਸ ਆਰ ਸਕੇਅਰ 40% ਦੀ ਵੈਲਿਊ ਕਿੰਨੀ ਹੁੰਦੀ ਹੈ 2/5, ਇਨਕਰੀਜ਼ ਹੋਇਆ ਨਾ, ਯਾਨੀ ਕਿ 5 ਦੇ ਵਿੱਚ 2 ਦਾ ਇਨਕਰੀਮੈਂਟ 5 ਤੋਂ 7 ਹੋਇਆ, 5 ਤੋਂ 7 ਹੋਇਆ। ਹਾਈਟ ਰਿਡਿਊਸ ਹੋ ਗਈ 37 1/2%। ਹੁਣੇ ਤੁਹਾਨੂੰ ਦੱਸਿਆ ਸੀ ਵੈਲਿਊ ਕਿੰਨੀ ਹੁੰਦੀ ਹੈ 3/8, ਯਾਨੀ ਕਿ 8 ਤੋਂ ਵੈਲਿਊ 8 ਤੋਂ 3 ਲੈਸ ਹੋ ਗਈ, 8 ਤੋਂ ਕਿੰਨੀ ਹੋ ਗਈ 5। ਹੁਣ 5 ਨਾਲ 5 ਕੈਂਸਲ ਹੋ ਗਿਆ, ਠੀਕ ਹੈ ਜੀ। 8 × 5 ਕਿੰਨਾ ਹੁੰਦਾ 40, 7 × 7 ਕਿੰਨਾ ਹੁੰਦਾ 49, ਯਾਨੀ ਕਿ 42 ਕਿੰਨਾ ਹੋ ਗਿਆ 49 ਹੋ ਗਿਆ ਵੋਲਿਊਮ, ਠੀਕ ਹੈ। ਪਰਸੈਂਟੇਜ ਚੇਂਜ ਫਾਈਂਡ ਕਰਨਾ ਸੀ, 9 ਦਾ ਚੇਂਜ ਆ ਗਿਆ ਕਿੱਥੋਂ 40 ਤੋਂ, ਠੀਕ ਹੈ। 9 ਦਾ ਚੇਂਜ ਆ ਗਿਆ 40 ਤੋਂ, ਇੰਟੂ ਕਰ ਦੇਵਾਂਗੇ 100, ਠੀਕ ਹੈ ਜੀ। 90/4, 90 ਦਾ ਹਾਫ ਕਰ ਦੇਵਾਂਗੇ 45, 45 ਦਾ ਦੁਬਾਰਾ ਹਾਫ ਕਰ ਦੇਵਾਂਗੇ 22.5% ਆਪਣਾ ਆਨਸਰ ਆ ਜਾਏਗਾ, ਕਲੀਅਰ ਹੈ ਜੀ। ਇਹ ਸੀਗੇ ਫਸਟ 5 ਕੁਐਸਚਨ ਸਾਡੇ। ਹੁਣ 6th ਕੁਐਸਚਨ ਵੱਲ ਚੱਲਦੇ ਹਾਂ ਆਪਾਂ। ਹਾਂਜੀ 6th ਕੁਐਸਚਨ ਕਰੋ ਰੀਡ। ਮੈਨ ਸੇਵਸ ਅ ਸਰਟਨ ਪਾਰਟ ਆਫ ਹਿਜ਼ ਇਨਕਮ ਐਵਰੀ ਮੰਥ, ਠੀਕ ਹੈ। ਕੁਛ ਇਨਕਮ ਹੈ ਮੈਨ ਦੀ, ਉਹਦੇ ਵਿੱਚੋਂ ਕੁਛ ਸੇਵ ਕਰਦਾ ਹੈ, ਸੋ ਦੈਟ ਹੀ ਕੈਨ ਪਰਚੇਜ਼ ਅ ਕਾਰ ਇਨ 1 ਈਅਰ। ਇਸ ਤਰ੍ਹਾਂ ਉਹ ਕਾਰ ਨੂੰ 1 ਸਾਲ ਦੇ ਅੰਦਰ ਖਰੀਦ ਸਕਦਾ ਹੈ। ਬਾਏ ਵਟ % ਹੀ ਮਸਟ ਇਨਕਰੀਜ਼ ਇਨ ਹਿਜ਼ ਸੇਵਿੰਗ, ਉਹ ਆਪਣੀ ਸੇਵਿੰਗ ਵਿੱਚ ਕਿੰਨਾ ਇਨਕਰੀਜ਼ ਕਰੇ, ਸੋ ਦੈਟ ਹੀ ਕੈਨ ਪਰਚੇਜ਼ ਦਾ ਸੇਮ ਕਾਰ ਇਨ 9 ਮੰਥ, ਠੀਕ ਹੈ ਜੀ। ਕਿ ਕਿੰਨਾ ਇਨਕਰੀਜ਼ ਕਰੇ ਕਿ ਕਾਰ ਨੂੰ 9 ਮੰਥ ਦੇ ਅੰਦਰ ਪਰਚੇਜ਼ ਕਰ ਲਏ, ਕਲੀਅਰ ਹੈ। ਕੁਐਸਚਨ ਤੁਸੀਂ ਸਮਝ ਗਏ ਹੋਵੋਗੇ। ਕੁਛ ਮੈਨ ਦੀ ਇਨਕਮ ਹੋਗੀ ਸਰਟਨ ਇਨਕਮ, ਉਹਦੇ ਵਿੱਚੋਂ ਉਹ ਸੇਵਿੰਗ ਕਰਦਾ ਅਤੇ 12 ਮੰਥ ਦੇ ਅੰਦਰ ਕਾਰ ਪਰਚੇਜ਼ ਕਰ ਸਕਦਾ, ਠੀਕ ਹੈ। ਇੱਥੇ ਲਿਖ ਲੈਂਦੇ ਆਪਾਂ 12 ਮੰਥਸ, ਅਤੇ ਕਿੰਨੀ ਸੇਵਿੰਗ ਇਨਕਰੀਜ਼ ਕਰੇ ਕਿ ਕਾਰ 9 ਮੰਥ ਦੇ ਅੰਦਰ ਬਾਏ ਹੋ ਜਾਵੇ, ਠੀਕ ਹੈ। 12 ਅਤੇ 9 ਦਾ ਐਲਸੀਐਮ ਲੈ ਲੈਂਦੇ ਪਹਿਲਾਂ ਆਪਾਂ, ਠੀਕ ਹੈ। ਕਿੰਨਾ ਆਏਗਾ 36 ਆਏਗਾ। ਸਪੋਜ਼ ਉਹਦੀ ਇਨਕਮ ਹੈਗੀ ਹੈ 36, ਠੀਕ ਹੈ। 36 ਮੰਨ ਲੈਂਦੇ ਹਾਂ। ਜੇ 36 ਹੈ, 36 ਮੰਨ ਲਓ ਉਹਨੇ ਸੇਵ ਕਰ ਲਿਆ, ਠੀਕ ਹੈ।
₹36 ਠੀਕ ਹੈ। ਕਿੰਨੇ 12 ਮੰਥ ਦੇ ਵਿੱਚ ਸੇਵ ਕੀਤੇ ਹੈ ਨਾ 30 ਹਾਂ ਇਨਕਮ ਨਹੀਂ ਸੌਰੀ 36 ਆਪਾਂ ਮੰਨ ਲੈਂਦੇ ਹਾਂ ਕਿ ਕਾਰ ₹36 ਦੀ ਆਉਂਦੀ ਹੈ ਠੀਕ ਹੈ। ਤਾਂ 12 ਮੰਥਸ ਦੇ ਅੰਦਰ ਸੇਵ ਕੀਤੇ ਉਹਨੇ। ਹਰੇਕ ਮਹੀਨੇ ਕਿੰਨੇ ਸੇਵ ਕੀਤੇ ਹੋਣਗੇ ₹4 ਸੇਵ ਕੀਤੇ ਹੋਣਗੇ ਠੀਕ ਹੈ। ਹੁਣ 9 ਮੰਥ ਦੇ ਅੰਦਰ ਲੈਣੀ ਹੈ ਕਾਰ ਉਹਨੇ ਠੀਕ ਹੈ। 36 ਹੈ 9 ਨਾਲ ਡਿਵਾਈਡ ਕਰੋ ਸੌਰੀ ਇੱਥੇ ₹3 ਆਏਗਾ। 36/12 ਕਿੰਨਾ ਹੁੰਦਾ 3 36/9 ਕਿੰਨਾ ਹੁੰਦਾ ₹4। ਤਾਂ ਹਰੇਕ ਮਹੀਨੇ ਉਹਨੇ ਕਿੰਨੇ ₹4 ਬਚਾਏ ਹੋਣਗੇ ਤਾਂ ਹੀ ਜਾ ਕੇ ਉਹਦੀ ਕਾਰ ਬਾਏ ਹੋਈ ਹੋਵੇਗੀ ਠੀਕ ਹੈ। ਜੇ 36 12 ਮਹੀਨੇ ਹਰੇਕ ਮਹੀਨੇ ਕਿੰਨਾ ਆਇਆ ₹3 ਸੇਵ ਕਰਦਾ ਹੈ। ਜੇ 9 ਮਹੀਨੇ ਦੇ ਅੰਦਰ ਲੈਣੀ ਤਾਂ ਹਰੇਕ ਮਹੀਨੇ ਨੂੰ ₹4 ਸੇਵ ਕਰਨੇ ਪਊਗੇ ਠੀਕ ਹੈ। ਦੇਖੋ ਪਹਿਲਾਂ ਸੇਵਿੰਗ ਕਿੰਨੀ ਸੀਗੀ ਉਹਦੀ ₹3 ਪਰ ਮੰਥ, ਬਾਅਦ ਵਿੱਚ ਕਿੰਨੀ ਹੋ ਗਈ ₹4 ਪਰ ਮੰਥ ਹੈ ਨਾ। ਹੁਣ ਸਾਨੂੰ ਕੁਐਸਚਨ ਪੁੱਛਿਆ ਵਾ ਕਹਿੰਦਾ ਕਿੰਨੀ ਇਨਕਮ ਆਪਣੀ ਉਹ ਇਨਕਰੀਜ਼ ਕਰ ਲਵੇ ਸੇਵਿੰਗ ਸੌਰੀ ਹੈ ਨਾ। ਦੇਖੋ 3 ਤੋਂ 4 ਕਰਨੀ ਪਊਗੀ ਉਹਨੂੰ ਠੀਕ ਹੈ। ਇੱਕ ਵਧਾਉਣੀ ਪਊਗੀ ਕਿੱਥੋਂ 3 ਤੋਂ। ਹੁਣ 1/3 ਤੁਹਾਨੂੰ ਪਤਾ ਹੀ ਹੈ ਕਿੰਨਾ ਹੁੰਦਾ 33 1/3%। ਇਹੀ ਆਪਣਾ ਰਾਈਟ ਆਨਸਰ ਹੋ ਜਾਏਗਾ। ਕਲੀਅਰ ਹੈ। ਹੋਪ ਤੁਹਾਨੂੰ ਕੁਐਸਚਨ ਸਮਝ ਆਇਆ ਹੋਵੇਗਾ। ਅਤੇ 7th ਕੁਐਸਚਨ ਵੱਲ ਚੱਲਦੇ ਹਾਂ ਆਪਾਂ ਹੁਣ। ਹਾਂਜੀ ਪੜ੍ਹੋ ਹੀ ਧਿਆਨ ਨਾਲ, ਸਿੰਪਲ ਜਿਹਾ ਕੁਐਸਚਨ ਹੈ। ਇਸ ਤਰ੍ਹਾਂ ਦੇ ਕੁਐਸਚਨ ਵੀ ਆਉਂਦੇ ਐਗਜ਼ਾਮ ਦੇ ਵਿੱਚ। ਦ ਪ੍ਰਾਈਸ ਆਫ ਸ਼ੂਗਰ ਇਜ਼ ਇਨਕਰੀਜ਼ਡ ਬਾਈ 16.2/3%। 16/3 ਦੀ ਵੈਲਿਊ ਕਿੰਨੀ ਹੁੰਦੀ ਹੈ ਪ੍ਰਾਈਸ ਲਿਖ ਲੈਂਦੇ ਹਾਂ ਆਪਾਂ 1/6 ਹੁੰਦੀ ਹੈ ਨਾ। ਪ੍ਰਾਈਸ 6 ਤੋਂ 7 ਹੋ ਗਿਆ। ਐਂਡ ਦਾ ਕੰਜ਼ੰਪਸ਼ਨ ਆਫ ਏ ਫੈਮਿਲੀ ਇਜ਼ ਡਿਕਰੀਜ਼ਡ ਬਾਈ 20%। 20% ਕਿੰਨਾ ਹੁੰਦਾ 1/5 ਯਾਨੀ ਕਿ 5 ਤੋਂ ਕੰਜ਼ੰਪਸ਼ਨ ਕਿੰਨੀ ਹੋ ਗਈ 4 ਹੋ ਗਈ ਹੈ ਨਾ। ਫਾਈਂਡ ਦਾ ਪਰਸੈਂਟੇਜ ਚੇਂਜ ਇਨ ਹਿਜ਼ ਐਕਸਪੈਂਡੀਚਰ ਦੇ ਵਿੱਚ ਕਿੰਨਾ ਚੇਂਜ ਆਇਆ। ਦੇਖੋ ਮਲਟੀਪਲਾਈ ਕਰ ਦਿਓ ਇਹਨਾਂ ਨੂੰ 6 × 5 ਕਿੰਨਾ ਹੋ ਗਿਆ 30 ਠੀਕ ਹੈ। ਇਹੀ ਦਾ ਐਕਸਪੈਂਡੀਚਰ ਹੋ ਜਾਏਗਾ। 7 × 4 ਕਿੰਨਾ ਹੁੰਦਾ 28। ਫਰਦਰ ਰੇਸ਼ੋ ਬਣਾਉਣੀ ਬਣਾ ਲਓ ਨਹੀਂ ਤਾਂ ਇੱਦਾਂ ਹੀ ਲਿਖ ਲਓ। ਯਾਨੀ ਕਿ 30 ਤੋਂ ਕਿੰਨਾ 28 ਹੋ ਗਿਆ ਐਕਸਪੈਂਡੀਚਰ ਘੱਟ ਗਿਆ ਨਾ। 2 ਲੈਸ ਹੋਇਆ ਕਿੱਥੋਂ ਹੋਇਆ 30 ਤੋਂ ਅਤੇ 1/15 ਠੀਕ ਹੈ ਜੀ। 1/15 ਦੀ ਵੈਲਿਊ ਤੁਹਾਨੂੰ ਪਤਾ ਕਿੰਨੀ ਹੁੰਦੀ ਹੈ 62/3% ਠੀਕ ਹੈ। 62/3% ਆਪਣਾ ਆ ਗਿਆ ਠੀਕ ਹੈ। 8th ਕੁਐਸਚਨ ਰੀਡ ਕਰੋ। ਹਾਂਜੀ 8th ਕੁਐਸਚਨ ਪੜ੍ਹੋ ਧਿਆਨ ਨਾਲ। ਦੇਖੋ ਅ ਸੇਲਸਮੈਨ ਇਜ਼ ਅਲਾਊਡ 1/2% ਕਮਿਸ਼ਨ ਔਨ ਦਾ ਟੋਟਲ ਸੇਲਸ ਮੇਡ ਬਾਈ ਹਿਮ ਐਂਡ ਅ ਬੋਨਸ ਆਫ 0.5% ਔਨ ਦਾ ਸੇਲਸ ਓਵਰ 10,000 if his total earning is 1990 find the total sales। ਦੇਖੋ ਸੇਲਸਮੈਨ ਵਾਲਾ ਕੰਸੈਪਟ ਤੁਹਾਨੂੰ ਪਤਾ ਹੈ। ਉਹਨੂੰ ਕਮਿਸ਼ਨ ਜਾਂ ਸੈਲਰੀ ਜਾਂ ਕੁਛ ਵੀ ਕਹਿ ਲਓ ਇਨਸੈਂਟਿਵ ਕਿੱਦਾਂ ਮਿਲੇਗਾ ਜੇ ਕੁਛ ਟਾਰਗੇਟ ਜਿਹੜਾ ਦਿੱਤਾ ਹੋਇਆ ਉਹ ਅਚੀਵ ਕਰੇਗਾ ਅਤੇ ਉਸ 'ਤੇ ਉਹਨੂੰ ਕੀ ਮਿਲੇਗਾ ਕਮਿਸ਼ਨ ਮਿਲੇਗਾ ਠੀਕ ਹੈ। ਇੱਦਾਂ ਹੀ ਇਹ ਵੀ ਕੇਸ ਹੈ। ਦੇਖੋ 1/2% ਕਮਿਸ਼ਨ ਤਾਂ ਉਹਨੂੰ ਸੇਲਸ 'ਤੇ ਮਿਲਦਾ ਹੀ ਮਿਲਦਾ ਹੈ ਨਾ। ਜੇ 10,000 ਤੋਂ ਅਬਵ ਕਰ ਦੇਵੇ ਤਾਂ 0.5% ਉਹਨੂੰ ਐਕਸਟਰਾ ਮਿਲਦਾ ਹੈ। ਅਤੇ ਇਸ ਤਰ੍ਹਾਂ ਉਹਦੀ ਕਮਾਈ ਕਿੰਨੀ ਹੋ ਜਾਂਦੀ ਹੈ ₹1990 ਠੀਕ ਹੈ ਜੀ। ਐਕਸ ਲੈ ਕੇ ਕਰਨਾ ਉੱਦਾਂ ਵੀ ਕਰ ਸਕਦੇ ਹੋ। ਦੇਖੋ ਲੈਟ ਮੰਨ ਲਓ ਫਿਰ ਕਿ ਟੋਟਲ ਸੇਲਸ ਕਿੰਨੀਆਂ ਹੈ ਐਕਸ ਹੋਈ ਠੀਕ ਹੈ। ਅਤੇ 1/2% ਕਮਿਸ਼ਨ ਤਾਂ ਮਿਲਣਾ ਹੀ ਹੈ ਠੀਕ ਹੈ। ਇਹ ਕਿੰਨਾ ਹੋ ਗਿਆ 11/2% ਹੋ ਗਿਆ ਹੈ ਨਾ। ਆਹ ਕਮਿਸ਼ਨ ਤਾਂ ਮਿਲੇਗਾ ਫਿਰ 10,000 ਤੋਂ ਉੱਪਰ ਜਿੰਨੀ ਹੋ ਜਾਏਗੀ ਹੈ ਨਾ। ਅਤੇ ਐਕਸ ਤਾਂ ਸੇਲ ਸੀਗੀ 10,000 ਤੋਂ ਉੱਪਰ ਉਹਨੂੰ ਕਿੰਨਾ ਮਿਲਦਾ ਹੈ 0.5% ਹੋਰ ਮਿਲਦਾ ਹੈ ਨਾ। ਅਤੇ ਇਸ ਤਰ੍ਹਾਂ ਕਿੰਨੇ ਪੈਸੇ ਕਮਾਉਂਦਾ ਉਹ ₹1990 ਠੀਕ ਹੈ। ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ। ਇੱਥੋਂ ਐਕਸ ਦੀ ਵੈਲਿਊ ਫਾਈਂਡ ਕਰ ਲਿਓ ਆਪਣਾ ਆਨਸਰ ਆ ਜਾਏਗਾ ਠੀਕ ਹੈ। ਪਰ ਐਗਜ਼ਾਮ ਵਿੱਚ ਆਪਾਂ ਕਿੱਦਾਂ ਕਰਨਾ ਦੇਖੋ ਧਿਆਨ ਨਾਲ। ਹਾਂਜੀ ਟਰਾਈ ਕਰਦੇ ਇਹਨੂੰ ਕਰਨੀ। ਦੇਖੋ ਇੱਥੇ 1/2 ਸੀ ਠੀਕ ਹੈ। ਹਾਂਜੀ ਦੇਖੋ ਧਿਆਨ ਨਾਲ 1/2% ਕਮਿਸ਼ਨ ਤਾਂ ਉਹਨੂੰ ਮਿਲਦਾ ਹੀ ਮਿਲਦਾ ਹੈ ਨਾ। ਤਾਂ ਦੇਖੋ ਜੇ ਆਪਾਂ ਮੰਨ ਲੈਂਦੇ ਕਿ ਟੋਟਲ ਓਵਰਆਲ ਉਹਨੂੰ 6% ਕਮਿਸ਼ਨ ਮਿਲਦਾ ਠੀਕ ਹੈ। 1/2 ਪਹਿਲਾਂ ਮਿਲਦਾ ਹੈ ਅਤੇ 10,000 ਦੀ ਸੇਲ ਉੱਪਰ ਕਰ ਦਿੰਦਾ ਅਤੇ ਫਿਰ 0.5% ਹੋਰ ਮਿਲਦਾ ਠੀਕ ਹੈ। ਜੇ ਆਪਾਂ ਮੰਨ ਲੈਂਦੇ ਕਿ ਟੋਟਲ 6% ਓਵਰਆਲ ਸਟਾਰਟਿੰਗ ਤੋਂ ਇਹਨੂੰ 6% ਪ੍ਰੋਫਿਟ ਮਿਲਦਾ ਹੈ ਨਾ। ਤਾਂ ਉਹਦੀ ਕਮਾਈ ₹1990 ਨਹੀਂ ਹੋਣੀ ਸੀ। ਇਸ ਤੋਂ ਥੋੜ੍ਹੀ ਕੀ ਹੋਣੀ ਜ਼ਿਆਦਾ ਹੋਣੀ ਸੀ ਹੈ ਨਾ। ਕਿਉਂਕਿ 0.5% ਉਹਨੂੰ ਸਟਾਰਟਿੰਗ ਤੋਂ ਮਿਲਦਾ ਮਤਲਬ ਆਪਾਂ ਇੱਦਾਂ ਮੰਨ ਕੇ ਚੱਲਦੇ ਹਾਂ ਕਿ ਸਟਾਰਟਿੰਗ ਤੋਂ ਮਿਲਦਾ ਆ ਰਿਹਾ ਠੀਕ ਹੈ। ਅਤੇ ਉਹ 0.5% ਜਿਹੜਾ ਹੁਣ ਕਮਿਸ਼ਨ ਜਿਹੜਾ ਕੰਪਨੀ ਨੂੰ ਫਾਇਦਾ ਹੋਇਆ ਉਹ ਫਿਰ ਫਾਇਦਾ ਬੋਨਸ ਕਿਹਨੂੰ ਮਿਲਣਾ ਸੀ ਸੇਲਸਮੈਨ ਨੂੰ ਮਿਲਣਾ ਸੀ ਠੀਕ ਹੈ। ਅਤੇ ਆਪਾਂ ਫਿਰ 0.5% ਦੀ ਵੈਲਿਊ ਫਾਈਂਡ ਕਰ ਲੈਂਦੇ ਹਾਂ ਕਿੰਨੀ ਹੁੰਦੀ ਹੈ ਠੀਕ ਹੈ। 10,000 ਦਾ 0.5% 10,000 ਦਾ 1% ਕਿੰਨਾ ਹੋ ਗਿਆ 100 ਅਤੇ 0.5% ਕਿੰਨਾ ਹੋ ਗਿਆ ₹50 ਠੀਕ ਹੈ ਜੀ। ਜਿਹੜੇ ਆ ₹50 ਕੰਪਨੀ ਕੋਲ ਗਏ ਫਿਰ ਕੀ ਕੋ ਜਾਣੇ ਸੀਗੇ ਸੇਲਸਮੈਨ ਕੋਲ ਜਾਣੇ ਸੀ ਠੀਕ ਹੈ। ਤਾਂ ਇਹਦੇ ਵਿੱਚ 50 ਆਪਾਂ ਐਡ ਕਰ ਦੇਵਾਂਗੇ ਕਿੰਨਾ ਹੋ ਗਿਆ
2040, ਠੀਕ ਹੈ। ਇਹ ਟੋਟਲ ਮਤਲਬ ਇੰਨੀ ਕਮਾਈ ਹੋਣੀ ਸੀ ਸੇਲਸਮੈਨ ਨੂੰ ਕਦੋਂ, ਜਦੋਂ 0.5% ਜਿਹੜਾ ਉਹਨੂੰ 10,000 ਤੋਂ ਬਾਅਦ ਚੋਂ ਮਿਲ ਰਿਹਾ, ਜੇ ਉਹਨੂੰ ਪਹਿਲਾਂ ਹੀ ਮਿਲਦਾ, ਸਟਾਰਟਿੰਗ ਤੋਂ ਹੀ ਮਿਲਦਾ। ਕਲੀਅਰ ਹੈ ਜੀ, ਇੰਨੀ ਗੱਲ ਤੁਹਾਨੂੰ ਕਲੀਅਰ ਹੋਈ। ਅਤੇ ਨੈਕਸਟ ਦੇਖੋ ਹੁਣ, ਮਤਲਬ ਇਹ 6% ਦੀ ਵੈਲਿਊ ਹੋ ਗਈ ਆਪਣੀ, ਠੀਕ ਹੈ। 6% ਦੀ ਵੈਲਿਊ ਕਿੰਨੀ ਹੋ ਗਈ 2040, ਅਤੇ ਆਪਾਂ ਫਾਈਂਡ ਕਾਹਦੀ ਕਰਨੀ ਹੈ, ਟੋਟਲ ਸੇਲਸ ਕਿੰਨੀ ਹੈ 100%, ਠੀਕ ਹੈ। ਤਾਂ 6 ਦੀ ਵੈਲਿਊ ਕਿੰਨੀ ਹੈ 2040, ਅਤੇ ਆਪਾਂ ਫਾਈਂਡ ਕਾਹਦੀ ਕਰਨੀ ਹੈ 100 ਦੀ, ਠੀਕ ਹੈ। ਇਹਨੂੰ ਕੈਂਸਲ ਕਰ ਦੇਵਾਂਗੇ, 6 × 3 18 ਅਤੇ 6 × 4 24, ਠੀਕ ਹੈ। 340 ਯਾਨੀ ਕਿ 34,000 ਆਪਣਾ ਕੀ ਆ ਜਾਏਗਾ, ਰਾਈਟ ਆਂਸਰ ਆ ਜਾਏਗਾ, ਠੀਕ ਹੈ। ਸੇਲਸਮੈਨ ਵਾਲੇ ਕੁਐਸਚਨ ਇਸ ਤਰ੍ਹਾਂ ਕਰਨੇ ਆ, SSC ਵਾਲੇ ਐਗਜ਼ਾਮ 'ਚ ਆ ਜਾਂਦੇ ਹੈ, ਠੀਕ ਹੈ। ਬੈਂਕਿੰਗ ਤਾਂ ਘੱਟ ਦੇਖਣ ਨੂੰ ਮਿਲਦੇ ਆ। ਇੱਕ ਇੱਦਾਂ ਦਾ ਕੁਐਸਚਨ ਹੋਰ ਕਰ ਲੈਂਦੇ ਹਾਂ, ਪੜ੍ਹੋ ਧਿਆਨ ਨਾਲ। A company gave 90% commission to his salesman up to sales of ₹8,000 and a commission of 15% on the sales above 8,000. If the salesman deposit ₹42,180 in the company after deducting his commission, find his total sales. ਪਹਿਲਾਂ ਟਰਾਈ ਕਰੋ ਕੁਐਸਚਨ ਨੂੰ, ਦੈਨ ਸੋਲਿਊਸ਼ਨ ਦੇਖੋ ਇਹਦਾ। ਹਾਂਜੀ ਦੇਖੋ, ਜੇ ਗ੍ਰਾਫ ਬਣਾਈਏ ਆਪਾਂ ਇਸ ਤਰ੍ਹਾਂ ਕੁਛ ਬਣੇਗਾ ਕਿ ਪਹਿਲਾਂ 8,000 ਤੱਕ ਸੇਲਸ ਹੋਈ ਹੈ, ਠੀਕ ਹੈ। ਫਿਰ 8,000 ਤੋਂ ਅਬਵ ਹੋਈ ਹੈ, ਠੀਕ ਹੈ। 8,000 ਤੱਕ ਉਹਨੂੰ ਕਿੰਨਾ ਮਿਲਦਾ ਹੈ 19% ਕਮਿਸ਼ਨ, ਅਤੇ ਉਸ ਤੋਂ ਬਾਅਦ ਕਿੰਨਾ ਮਿਲਦਾ ਹੈ 15% ਮਿਲਦਾ ਹੈ, ਠੀਕ ਹੈ ਜੀ। ਅਤੇ ਕੰਪਨੀ ਵਿੱਚ ਕਿੰਨੇ ਡਿਪੋਜ਼ਿਟ ਕਰਾਉਂਦਾ ਹੈ ₹42,180 ਆਫਟਰ ਡਿਡਕਟਿੰਗ ਹਿਜ਼ ਕਮਿਸ਼ਨ ਆਪਣੇ ਕੱਢਣ ਤੋਂ ਬਾਅਦ। ਅਤੇ ਕਹਿੰਦਾ ਫਾਈਂਡ ਦਾ ਟੋਟਲ ਸੇਲਸ, ਉਹੀ ਸੇਲਸ ਆਪਾਂ ਟੋਟਲ ਫਾਈਂਡ ਕਰਨੀ ਹੈ। ਦੇਖੋ ਜੇ ਕੁਐਸਚਨ ਥੋੜ੍ਹਾ ਜਿਹਾ ਘੁਮਾ ਕੇ ਦਿੱਤਾ ਹੋਵੇ, ਜੇ ਆਪਾਂ ਨੂੰ ਇੱਦਾਂ ਹੁੰਦਾ ਕਿ ਇੱਥੇ ਵੀ 15% ਕਮਿਸ਼ਨ ਮਿਲਦਾ, ਠੀਕ ਹੈ, ਅਤੇ ਇੱਥੇ ਵੀ 15% ਮਿਲਦਾ, ਤਾਂ ਆਪਾਂ ਸਿੱਧਾ ਕਹਿਣਾ ਸੀਗਾ, ਕਿਉਂਕਿ 15% ਤਾਂ ਉਹਨੇ ਆਪ ਰੱਖ ਲਿਆ, ਠੀਕ ਹੈ। ਅਤੇ 85% ਬਚਿਆ, ਬਾਕੀ 85% ਦੀ ਵੈਲਿਊ ਦਿੱਤੀ ਹੋਣੀ ਸੀ, ਆਪਾਂ ਨੂੰ ਦਿੱਤੀ ਹੈ ਕੁਐਸਚਨ ਦੇ ਵਿੱਚ, ਅਤੇ ਆਪਾਂ ਨੇ 100% ਦੀ ਵੈਲਿਊ ਫਾਈਂਡ ਕਰ ਲੈਣੀ ਸੀ, ਠੀਕ ਹੈ। ਪਰ ਇਸ ਤਰ੍ਹਾਂ ਨਹੀਂ ਹੋਇਆ, ਠੀਕ ਹੈ। ਜਾਂ ਫਿਰ ਇੱਦਾਂ ਹੁੰਦਾ ਕਿ ਇੱਥੇ ਵੀ 19% ਹੁੰਦਾ ਅਤੇ ਇੱਥੇ ਵੀ ਕਿੰਨਾ ਹੁੰਦਾ 19% ਹੁੰਦਾ, ਤਾਂ ਆਪਾਂ ਨੇ ਸਿੱਧਾ ਕਹਿਣਾ ਸੀ ਕਿ 81% ਦੀ ਵੈਲਿਊ ਗਿਵਨ ਆ, 100% ਦੀ ਵੈਲਿਊ ਆਪਾਂ ਨੇ ਫਾਈਂਡ ਕਰ ਲੈਣੀ ਸੀ, ਠੀਕ ਹੈ। ਪਰ ਇਸ ਤਰ੍ਹਾਂ ਨਹੀਂ ਹੋਇਆ, ਠੀਕ ਹੈ। ਪਹਿਲਾਂ ਉਹਨੂੰ ਕਿੰਨਾ ਮਿਲਦਾ 8,000 ਤੱਕ 19%, ਅਤੇ ਆਪਾਂ ਨੂੰ ਬ੍ਰੇਕ ਕਰ ਸਕਦੇ ਹਾਂ 4% ਪਲੱਸ 15%, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਤਾਂ 15% ਹੈਗਾ ਹੀ ਆਪਣਾ, ਠੀਕ ਹੈ। ਤਾਂ 8,000 ਦਾ 4% ਕਿੰਨਾ ਹੋ ਗਿਆ, 8 × 4 ਕਿੰਨੇ ਹੁੰਦੇ 32, 320 ਰੁਪਏ ਹੋ ਗਏ, ਠੀਕ ਹੈ ਜੀ। 320 ਹੋ ਗਏ, ਕਲੀਅਰ ਹੈ, ਠੀਕ ਹੈ। ਹੁਣ ਦੇਖੋ 15% ਜਿਹੜਾ 320 ਰੁਪਏ ਇਹਨੂੰ ਹਲੇ ਆਪਾਂ ਭੁੱਲ ਜਾਂਦੇ ਹਾਂ। ਹੁਣ ਦੇਖੋ 15% ਇੱਥੇ ਹੋ ਗਿਆ, 15% ਇੱਥੇ ਹੋ ਗਿਆ, ਠੀਕ ਹੈ ਜੀ। ਅਤੇ 15% ਹੋ ਗਿਆ ਹੈ ਨਾ, ਅਤੇ 320 ਰੁਪਏ ਹੈ ਇਹ। ਹੁਣ ਕੀ ਹੈ, ਕੰਪਨੀ ਕੋਲ ਜਾਊਂਗੇ ਨਾ, ਤਾਂ ਇਹਦੇ ਵਿੱਚ ਕੀ ਹੈ 320 ਆਪਾਂ ਕੀ ਕਰ ਦਿੰਦੇ ਐਡ ਕਰ ਦਿੰਦੇ ਹਾਂ, ਠੀਕ ਹੈ। 0 ਹੋ ਗਿਆ, 8 × 8 + 2 ਕਿੰਨਾ ਹੋ ਗਿਆ 10 ਹੋ ਗਿਆ, ਠੀਕ ਹੈ ਜੀ। 5 ਇਹ ਕਿੰਨਾ ਹੋ ਗਿਆ 42,500, ਠੀਕ ਹੈ। ਹੁਣ ਆਪਾਂ ਕਹਿ ਸਕਦੇ ਹਾਂ ਕਿ 85% ਦੀ ਵੈਲਿਊ ਕਿੰਨੀ ਗਿਵਨ ਹੈ, 85% ਦੀ ਵੈਲਿਊ ਕਿੰਨੀ ਹੈ 42,500, ਠੀਕ ਹੈ ਜੀ। 85 ਦੀ ਵੈਲਿਊ ਆਪਾਂ ਨੂੰ ਗਿਵਨ ਹੈ, ਅਤੇ ਆਪਾਂ ਨੇ ਫਾਈਂਡ ਕਾਹਦੀ ਕਰਨੀ ਹੈ 100 ਦੀ ਵੈਲਿਊ ਫਾਈਂਡ ਕਰਨੀ ਹੈ, ਠੀਕ ਹੈ। ਇਹ ਆਪਾਂ ਨੂੰ ਸਾਫ਼ ਦਿਖ ਰਿਹਾ ਕਿ 5 ਟਾਈਮਸ ਜਾਏਗਾ, ਠੀਕ ਹੈ। ਅਤੇ ਟੋਟਲ ਸੇਲਸ ਕਿੰਨੀ ਹੋ ਗਈ 100% ਦੀ ਵੈਲਿਊ ਕਿੰਨੀ ਹੋ ਗਈ ਫਿਰ ਆਪਣੀ 50,000 ਆਪਣਾ ਰਾਈਟ ਆਂਸਰ ਹੋ ਜਾਏਗਾ, ਕਲੀਅਰ ਹੈ ਜੀ। ਇਸ ਤਰ੍ਹਾਂ ਕੁਐਸਚਨ ਨੂੰ ਕਰਨਾ ਸੀ। ਆਈ ਹੋਪ ਸੇਲਸਮੈਨ ਵਾਲੇ ਕੁਐਸਚਨ ਤੁਹਾਨੂੰ ਕਲੀਅਰ ਹੋਏ ਹੋਣਗੇ, ਠੀਕ ਹੈ। ਅਤੇ ਇਹ 9 ਕੁਐਸਚਨ ਸੀਗੇ ਸਾਡੇ। 10th ਕੁਐਸਚਨ ਵੱਲ ਚੱਲਦੇ ਹਾਂ ਆਪਾਂ। ਹਾਂਜੀ 10th ਕੁਐਸਚਨ ਨੂੰ ਪੜ੍ਹੋ ਧਿਆਨ ਨਾਲ। If the income tax is increased by 10%, then the net income is reduced by 5%. Find the rate of income tax. ਇਨਕਮ ਟੈਕਸ ਵਾਲੇ ਕੁਐਸਚਨ ਦੇਖਦੇ ਹਾਂ ਕੀ ਹੁੰਦੇ। ਦੇਖੋ ਇੱਕ ਤਾਂ ਆਪਣੀ ਹੁੰਦੀ ਹੈ ਇਨਕਮ, ਠੀਕ ਹੈ। ਮੰਨ ਲਓ ਤੁਸੀਂ ਜੋਬ ਕਰਦੇ ਹੋ, ਕਿਤੇ ਕੋਈ ਕੰਮ ਕਰਦੇ ਹੋ, ਜਾਂ ਤੁਹਾਡੇ ਪੇਰੈਂਟ ਕੰਮ ਕਰਦੇ ਆ, ਮੰਨ ਲਓ ਉਹਨਾਂ ਦੀ ਤੁਹਾਡੀ ਇਨਕਮ ਹੈ 20,000, ਠੀਕ ਹੈ। ਅਤੇ ਉਹਦੇ ਵਿੱਚੋਂ ਤੁਸੀਂ ਕੋਈ ਟੈਕਸ ਦੇ ਦਿੱਤਾ ਆਪਣਾ, ਫੋਰ ਐਗਜ਼ਾਮਪਲ 2,000 ਟੈਕਸ ਦੇ ਦਿੱਤਾ, ਤੁਹਾਡੇ ਕੋਲ ਜਿਹੜੀ ਨੈੱਟ ਇੱਕ ਤਾਂ ਹੋ ਗਈ ਇਨਕਮ ਹੈ ਨਾ, ਫਿਰ ਇੱਕ ਹੁੰਦਾ ਇਨਕਮ ਟੈਕਸ, ਠੀਕ ਹੈ ਜੀ। ਇਨਕਮ ਦੇ ਵਿੱਚੋਂ ਟੈਕਸ ਦੇ ਕੇ ਜਿਹੜੀ ਇਨਕਮ ਬਚਦੀ ਹੈ ਉਹਨੂੰ ਆਪਾਂ ਕਿਆ ਕਹਿੰਦੇ ਹਾਂ ਨੈੱਟ ਇਨਕਮ ਕਹਿੰਦੇ ਹਾਂ, ਠੀਕ ਹੈ ਜੀ। ਕਿੱਦਾਂ ਕਰਾਂਗੇ ਕੁਐਸਚਨ, ਦੇਖੋ ਬੇਸਿਕ ਤਰੀਕਾ ਕੀ ਹੈ, ਇਨਕਮ ਦੇ ਵਿੱਚੋਂ ਟੈਕਸ ਦੇ ਕੇ ਜਿਹੜੀ ਇਨਕਮ ਬਚੀ ਉਹਨੂੰ ਨੈੱਟ ਇਨਕਮ ਬੋਲਦੇ ਹਾਂ, ਠੀਕ ਹੈ। ਦੇਖੋ ਕਹਿੰਦਾ ਇਨਕਮ ਟੈਕਸ ਇਨਕਰੀਜ਼ਡ ਬਾਈ 10%, ਇਨਕਮ ਟੈਕਸ ਕਿੰਨਾ ਵੱਧ ਗਿਆ ਆਪਣਾ 10%, ਯਾਨੀ ਕਿ ਕਿੰਨਾ ਹੋ ਗਿਆ 10% ਨੂੰ ਕਿੱਦਾਂ ਲਿਖਾਂਗੇ 10/100, ਠੀਕ ਹੈ। ਅਤੇ ਉਹ 1 ਦੇ ਵਿੱਚ ਐਡ ਕੀਤਾ ਕਿੰਨਾ ਹੋ ਗਿਆ 1.1 ਹੋ ਗਿਆ, ਠੀਕ ਹੈ। ਆਹ ਹੋ ਗਿਆ ਟੈਕਸ ਸਾਡਾ, ਠੀਕ ਹੈ ਜੀ। ਦੁਬਾਰਾ ਲਿਖ ਦਿੰਦਾ ਇਹਨੂੰ, ਦੇਖੋ ਧਿਆਨ ਨਾਲ।
1.1 ਹੋ ਗਿਆ ਟੈਕਸ ਆਪਣਾ, ਠੀਕ ਹੈ, ਵੱਧ ਗਿਆ ਨਾ। ਤੇ ਨੈਟ ਇਨਕਮ ਇਜ਼ ਰਿਡਿਊਸਡ ਬਾਈ, ਟੈਕਸ ਵਧਿਆ ਤੇ ਇਨਕਮ ਕੀ ਹੋਊਗੀ, ਘੱਟ ਜਾਊਗੀ ਨੈਟ ਇਨਕਮ 5%, ਤਾਂ ਉਹ ਕਿੰਨੀ ਰਹਿ ਜੂਗੀ ਆਪਣੀ 0.95, ਠੀਕ ਹੈ ਜੀ। ਇਹ ਆਪਣੀ ਰਹਿ ਗਈ ਨੈਟ ਇਨਕਮ। ਤੇ ਇੱਥੋਂ ਦੇਖੋ ਆਈ ਨਾਲ ਆਈ ਕੱਟ ਜਾਏਗਾ ਤੁਹਾਡਾ, ਠੀਕ ਹੈ। ਆਪਾਂ ਮਾਈਨਸ ਕਰਦੇ ਹਾਂ, ਪਲੱਸ ਹੋ ਗਿਆ ਮਾਈਨਸ ਹੋ ਗਿਆ। 1.1 ਦੇ ਵਿੱਚੋਂ 1 ਗਿਆ, ਕਿੰਨਾ ਹੋ ਗਿਆ 0.1 ਰਹਿ ਗਿਆ ਆਪਣਾ ਟੀ ਦੀ ਵੈਲਿਊ, ਠੀਕ ਹੈ। ਤੇ ਇਨਕਮ ਇਹਦੇ ਵਿੱਚੋਂ ਮਾਈਨਸ ਹੋ ਗਿਆ 0.05 ਹੋ ਗਈ ਨੈਟ ਇਨਕਮ। ਇੱਥੋਂ ਰੇਸ਼ੋ ਬਣ ਜੂਗੀ ਟੀ ਅਪੋਨ ਨੈਟ ਇਨਕਮ ਦੀ, ਕਿੰਨੀ ਰੇਸ਼ੋ ਬਣੀ 0.05 ਅਪੋਨ 0.1, ਠੀਕ ਹੈ। ਹੁਣ ਦੇਖੋ ਥੱਲੇ ਇੱਥੇ 2 0 ਆਊਗੀ, ਉੱਪਰ 1 ਆਏਗੀ, ਠੀਕ ਹੈ, ਜਾਣੀ ਕਿ ਕਿੰਨੀ ਆ ਗਈ 1/2, ਇੱਥੋਂ ਰੇਸ਼ੋ ਬਣ ਗਈ, ਠੀਕ ਹੈ। ਯਾਨੀ ਕਿ T/NI ਯਾਨੀ ਕਿ ਟੈਕਸ ਅਪੋਨ ਨੈਟ ਇਨਕਮ ਦੀ ਰੇਸ਼ੋ ਕਿੰਨੀ ਬਣ ਗਈ 1/2। ਜੇ ਨੈਟ ਇਨਕਮ ਤੁਹਾਡੀ 2 ਹੈ, 1 ਟੈਕਸ ਹੈ, ਤੁਹਾਡੀ ਇਨਕਮ ਕਿੰਨੀ ਰਹੀ ਹੋਊਗੀ 3 ਰੁਪਏ, ਠੀਕ ਹੈ। 3 ਇਨਕਮ ਹੋਊਗੀ, 1 ਰੁਪਏ ਤੁਸੀਂ ਟੈਕਸ ਦਿੱਤਾ ਤਾਂ 2 ਰੁਪਏ ਤਾਂ ਹੀ ਤੁਹਾਡੇ ਕੋਲ ਬਚੇ ਨਾ ਨੈਟ ਇਨਕਮ, ਠੀਕ ਹੈ। ਅਤੇ ਪੁੱਛਿਆ ਕੀ ਹੋਇਆ, ਕਹਿੰਦਾ ਫਾਈਂਡ ਦਾ ਰੇਟ ਆਫ ਇਨਕਮ ਟੈਕਸ, ਇਨਕਮ ਟੈਕਸ ਦੀ ਰੇਟ ਕਿੰਨੀ ਹੋਈ। ਹੁਣ ਦੇਖੋ ਤੁਸੀਂ 1 ਰੁਪਏ ਦਿੱਤਾ, ਠੀਕ ਹੈ, 1 ਰੁਪਏ ਟੈਕਸ ਦਿੱਤਾ, ਕਿੱਥੋਂ 3 ਰੁਪਏ ਤੋਂ 3 ਤੁਹਾਡੀ ਕੀ ਸੀਗੀ ਇਨਕਮ ਸੀਗੀ, ਅਤੇ 1/3 ਕਿੰਨਾ ਹੁੰਦਾ 33, 1/3% ਆਪਣਾ ਆਨਸਰ ਆ ਜਾਣਾ ਸੀ, ਠੀਕ ਹੈ। ਇਸ ਤਰ੍ਹਾਂ ਵੀ ਕਰ ਸਕਦੇ ਹੋ। ਹੋਰ ਤਰੀਕਾ ਕੀ ਹੈ ਦੇਖੋ, ਇਹਨੂੰ ਕਰਨ ਦਾ ਥੋੜ੍ਹਾ ਸਮਝਣਾ ਪਏਗਾ, ਦੇਖੋ ਧਿਆਨ ਨਾਲ, ਇਹ ਵੀ ਕੋਈ ਔਖਾ ਨਹੀਂ ਸੀ, ਠੀਕ ਹੈ ਜੀ। ਦੂਜਾ ਤਰੀਕਾ ਕੀ ਹੈ ਦੇਖੋ ਧਿਆਨ ਨਾਲ। ਹੁਣ ਦੇਖੋ ਪਹਿਲਾਂ ਉਹਨੂੰ ਸਮਝਣ ਨੂੰ ਇੱਕ ਚੀਜ਼ ਸਮਝਣੀ ਪਏਗੀ ਆਪਾਂ ਨੂੰ। ਦੇਖੋ ਆਹ ਇਨਕਮ ਹੋ ਗਈ ਆਪਣੀ, ਆਹ ਕੀ ਹੋ ਗਿਆ ਟੈਕਸ ਹੋ ਗਿਆ, ਅਤੇ ਆਹ ਕੀ ਹੋ ਗਈ ਆਪਣੀ ਨੈਟ ਇਨਕਮ ਹੋ ਗਈ, ਠੀਕ ਹੈ। ਹੁਣ ਮੰਨ ਲਓ ਇਨਕਮ ਸੀਗੀ ਆਪਣੀ 100 ਰੁਪਈਜ਼, ਅਤੇ ਟੈਕਸ ਮੰਨ ਲਓ ਆਪਾਂ ਦਿੱਤਾ 10 ਰੁਪਈਜ਼, ਤਾਂ ਨੈਟ ਇਨਕਮ ਕਿੰਨੀ ਹੋ ਗਈ 90 ਹੋ ਗਈ, ਠੀਕ ਹੈ। ਜੇ ਆਪਾਂ ਦੇਖੋ ਇਨਕਮ ਉਹੀ ਹੈ ਸਾਡੀ, ਠੀਕ ਹੈ, ਟੈਕਸ ਆਪਾਂ 20 ਰੁਪਈਜ਼ ਦਿੱਤਾ, ਅਤੇ ਇੱਥੇ ਕਿੰਨਾ ਆ ਜਾਏਗਾ 80 ਆ ਜਾਏਗਾ, ਠੀਕ ਹੈ। ਜਾਣੀ ਕਿ ਕੀ ਹੋ ਰਿਹਾ ਦੇਖੋ, ਜੇ ਇਨਕਮ ਟੈਕਸ ਸਾਡਾ ਕੀ ਹੈ ਪਹਿਲਾਂ ਘੱਟ ਸੀ, ਨੈਟ ਇਨਕਮ ਜ਼ਿਆਦਾ ਸੀ, ਹੈ ਨਾ, ਟੈਕਸ ਵਧਿਆ ਅਤੇ ਇਨਕਮ ਵੀ ਉਨੀ ਕਿਆ ਹੋ ਗਈ ਘੱਟ ਹੋ ਗਈ, ਹੈ ਨਾ। ਤਾਂ ਆਪਾਂ ਇਹਨੂੰ ਸਿੰਪਲੀ ਇੱਦਾਂ ਕਹਿ ਸਕਦੇ ਹਾਂ, ਦੇਖੋ ਧਿਆਨ ਨਾਲ। ਹਾਂਜੀ, ਟੈਕਸ ਇਨਕਮ ਟੈਕਸ ਕਿੰਨਾ ਇਨਕਰੀਜ਼ ਹੋਇਆ ਤੁਹਾਡਾ, ਟੈਕਸ 10% ਇਨਕਰੀਜ਼ ਹੋਇਆ, ਠੀਕ ਹੈ, ਸਿੰਪਲੀ, ਠੀਕ ਹੈ। ਅਤੇ ਨੈਟ ਇਨਕਮ ਕਿੰਨੀ ਰਿਡਿਊਸ ਹੋ ਗਈ ਆਪਣੀ 5%, ਠੀਕ ਹੈ। ਦੇਖੋ ਵੈਲਿਊ ਇਹਨਾਂ ਦੀ ਸੇਮ ਰਹੇਗੀ, ਤੁਹਾਡੀ ਜਿਹੜੀ ਨੈਟ ਇਨਕਮ ਬਚੇਗੀ ਆਪਣੇ ਕੋਲ, ਹੈ ਨਾ। ਟੈਕਸ ਜੇ ਟੈਕਸ ਉਨਾ ਹੀ ਵੱਧ ਰਿਹਾ ਤਾਂ ਨੈਟ ਇਨਕਮ ਉਨੀ ਘੱਟ ਰਹੀ ਹੈ ਨਾ, ਪਰਸੈਂਟੇਜ ਨਹੀਂ ਮੈਟਰ ਕਰੇਗੀ, ਮਤਲਬ ਜਿਹੜੀ ਵੈਲਿਊ ਸੇਮ ਆਏਗੀ ਆਪਣੇ ਕੋਲ। ਇੱਥੇ ਦੇਖੋ 100 ਨਾਲ 100 ਕੱਟ ਗਿਆ, ਇੱਥੇ ਕਿੰਨਾ ਆ ਗਿਆ 1, ਇੱਥੇ ਕਿੰਨਾ ਆ ਗਿਆ 2। ਉਹੀ ਜੇ ਇੱਥੋਂ ਆਪਾਂ ਰੇਸ਼ੋ ਬਣਾਵਾਂਗੇ ਨੈਟ ਇਨਕਮ ਅਤੇ ਟੈਕਸ ਦੀ ਰੇਸ਼ੋ ਕਿੰਨੀ ਬਣ ਜਾਏਗੀ ਆਪਣੀ, ਠੀਕ ਹੈ ਜੀ 1/2 ਬਣ ਜਾਏਗੀ। ਬਸ ਅੱਗੇ ਕੁਐਸਚਨ ਉਹੀ ਹੈ। ਅਤੇ ਇਨਕਮ ਇੱਥੋਂ ਕਿੰਨੀ ਹੋ ਗਈ 3 ਹੋ ਗਈ ਤੁਹਾਡੀ, ਠੀਕ ਹੈ। 1 ਰੁਪਇਆ ਤੁਸੀਂ ਟੈਕਸ ਦੇ ਤੌਰ 'ਤੇ ਦਿੱਤਾ, ਕਿੱਥੋਂ 3 ਰੁਪਏ ਤੋਂ, 1/3 ਕਿੰਨਾ ਹੋਗਾ 33, 1/3% ਆਪਣਾ ਆਨਸਰ ਆ ਜਾਏਗਾ। ਹਾਂਜੀ ਨੈਕਸਟ ਕੁਐਸਚਨ ਟਰਾਈ ਕਰੋ ਸੋਲਵ ਕਰਨ ਦੀ। ਹਾਂਜੀ ਦੇਖੋ, ਇਨ ਐਨ ਐਗਜ਼ਾਮੀਨੇਸ਼ਨ 60% ਆਫ ਦਾ ਕੈਂਡੀਡੇਟਸ ਪਾਸਡ ਇਨ ਇੰਗਲਿਸ਼, ਇੰਗਲਿਸ਼ ਵਿੱਚ ਕਿੰਨੇ ਪਾਸ ਹੋ ਗਏ ਆਪਣੇ 60%, ਠੀਕ ਹੈ। ਅਤੇ ਸਿਮਿਲਰਲੀ 70% ਕਾਹਦੇ ਵਿੱਚ ਪਾਸ ਹੋ ਗਏ ਆਪਣੇ ਮੈਥੇਮੈਟਿਕਸ ਦੇ ਵਿੱਚ, ਠੀਕ ਹੈ। ਬਟ 20% ਫੇਲਡ ਇਨ ਬੋਥ ਆਫ ਦੀਜ਼ ਸਬਜੈਕਟਸ। ਇਫ 2500 ਕੈਂਡੀਡੇਟਸ ਪਾਸਡ ਇਨ ਬੋਥ ਸਬਜੈਕਟਸ, ਦ ਨੰਬਰ ਆਫ ਸਟੂਡੈਂਟਸ ਹੂ ਅਪੀਅਰਡ ਐਟ ਦ ਐਗਜ਼ਾਮੀਨੇਸ਼ਨ ਵਾਜ਼। ਦੇਖੋ ਇਸ ਤਰ੍ਹਾਂ ਦੇ ਕੁਐਸਚਨ ਕਿਸ ਤਰ੍ਹਾਂ ਕਰਨੇ ਆਪਾਂ, ਵੈਨ ਡਾਇਗਰਾਮ ਦੀ ਹੈਲਪ ਨਾਲ ਕਰਾਂਗੇ। ਦੇਖੋ ਹੁਣ ਦੇਖੋ ਕੋਈ ਐਗਜ਼ਾਮ ਹੋਇਆ, ਉਹਦੇ ਵਿੱਚ ਬੱਚੇ ਪਾਸ ਵੀ ਹੋਏ ਹੋਣਗੇ, ਫੇਲ ਵੀ ਹੋਏ ਹੋਣਗੇ, ਹੈ ਨਾ। ਹੁਣ 2 ਐਗਜ਼ਾਮ ਹੈ, ਕੁਛ ਇੱਦਾਂ ਦੇ ਬੱਚੇ ਵੀ ਹੋਏ ਹੋਣਗੇ ਜਿਹੜੇ ਦੋਨਾਂ 'ਚੋਂ ਪਾਸ ਹੋਏ ਹੋਣੇ, ਕੁਛ ਇੱਦਾਂ ਦੇ ਵੀ ਹੋਏ ਹੋਣਗੇ ਜਿਹੜੇ ਦੋਨਾਂ 'ਚੋਂ ਫੇਲ ਹੋਏ ਹੋਣੇ, ਹੈ ਨਾ। ਹੁਣ 2500 ਕੀ ਹੈ ਰੀਅਲ ਵੈਲਿਊ ਹੈ ਨਾ, ਇੱਕ 2500। ਅਤੇ ਇਹ ਕੌਣ ਹੈ ਬੱਚੇ ਜਿਹੜੇ ਦੋਨੇ ਸਬਜੈਕਟਸ ਦੇ ਵਿੱਚੋਂ ਕੀ ਹੈ ਪਾਸ ਹੋਏ, ਬੋਥ ਦੇ ਵਿੱਚੋਂ ਪਾਸ ਹੋਏ ਹੈ, ਠੀਕ ਹੈ। ਜਾਣੀ ਕਿ ਜੇ ਆਪਾਂ ਇੱਥੇ ਆਪਾਂ ਨੂੰ ਪਰਸੈਂਟੇਜ ਵੈਲਿਊ ਇਹਦੀ ਪਤਾ ਲੱਗ ਜਾਵੇ, ਠੀਕ ਹੈ, ਉਹਨੂੰ ਆਪਾਂ ਕੰਪੇਅਰ ਕਰ ਲਵਾਂਗੇ, ਉੱਥੋਂ ਇਹਦੀ ਵੈਲਿਊ ਆ ਜਾਏਗੀ, ਅਤੇ ਆਪਾਂ 100 ਦੀ ਵੈਲਿਊ ਈਜ਼ੀਲੀ ਫਾਈਂਡ ਕਰ ਸਕਦੇ ਹਾਂ, ਠੀਕ ਹੈ। ਇਸ ਤਰ੍ਹਾਂ ਕਰ ਸਕਦੇ ਹਾਂ ਕੁਐਸਚਨ ਨੂੰ। ਤਾਂ ਦੇਖੋ ਧਿਆਨ ਨਾਲ ਆਪਾਂ ਲੈਟ ਕਰ ਲੈਂਦੇ ਹਾਂ ਕਿ ਟੋਟਲ ਸਟੂਡੈਂਟਸ ਹੈ ਕਿੰਨੇ ਸੀਗੇ ਜਿਹੜੇ ਅਪੀਅਰ ਹੋਏ ਆ, 100% ਹੋਏ ਆ, ਠੀਕ ਹੈ। ਹੁਣ ਉਹਦੇ ਵਿੱਚ ਦੇਖੋ 20% ਤਾਂ ਫੇਲ ਹੋ ਗਏ ਨਾ, ਦੋਨੋਂ ਸਬਜੈਕਟ ਤੋਂ ਫੇਲ ਹੋ ਗਏ, ਯਾਨੀ ਕਿ ਕਿਸੇ 'ਚੋਂ ਵੀ ਨਹੀਂ ਪਾਸ ਹੋਏ। ਯਾਨੀ ਕਿ ਪਾਸ ਹੋਣੇ ਵਾਲੇ ਬੱਚੇ ਹੋਏ ਕਿੰਨੇ ਹੋਣੇ 100% ਦਾ ਟੋਟਲ ਹੈ, ਉਹਦੇ ਵਿੱਚੋਂ 20% ਇੱਦਾਂ ਦੇ ਬੱਚੇ ਜਿਹੜੇ ਦੋਨਾਂ 'ਚੋਂ ਫੇਲ ਹੋ ਗਏ, ਹੈ ਨਾ। ਤਾਂ 80% ਬਚੇ ਬੱਚੇ ਜਿਹੜੇ ਜਾਂ ਤਾਂ ਇੱਕ 'ਚੋਂ ਪਾਸ ਹੋਏ ਜਾਂ ਦੋਨਾਂ 'ਚ ਹੋਏ, ਜਾਂ ਫਿਰ ਮਤਲਬ ਕਿਸੇ ਇੱਕ 'ਚ ਹੋਏ ਜਾਂ ਫਿਰ ਦੋਨਾਂ 'ਚ ਹੋਏ, ਹੈ ਨਾ। 80% ਬੱਚੇ ਆ ਗਏ ਆਪਣੇ ਕੋਲ। ਪਰ ਇੱਥੇ ਦੇਖੋ ਕਿੰਨਾ ਆ ਰਿਹਾ 60% ਤਾਂ ਆ ਹੋ ਗਏ, 70% ਆ ਹੋ ਗਏ, ਹੈ ਨਾ। 60 ਅਤੇ 70 ਕਿੰਨਾ ਹੋ ਗਿਆ 130%।
ਤਾਂ 130% ਜ਼ਿਆਦਾ ਆ ਗਿਆ ਨਾ, ਇਹਦਾ ਮਤਲਬ ਕੀ ਹੈ ਕਿ ਬੋਥ ਵਾਲੇ ਬੱਚੇ ਵੀ ਹੋਣੇ ਆ। ਤਾਂ 130 ਦੇ ਵਿੱਚੋਂ 80 ਮਾਈਨਸ ਕਰਾਂਗੇ ਆਪਾਂ, ਕਿੰਨਾ ਆ ਗਿਆ 50% ਆ ਗਿਆ। ਠੀਕ ਹੈ, 50% ਇੱਦਾਂ ਦੇ ਬੱਚੇ ਆ ਜਿਹੜੇ ਕੀ ਹੈ ਪਾਸ ਇਨ ਬੋਥ ਦਾ ਸਬਜੈਕਟਸ। ਠੀਕ ਹੈ, ਯਾਨੀ ਕਿ ਇੱਥੇ ਵੈਲਿਊ ਬੋਥ ਦੀ ਵੈਲਿਊ ਕਿੰਨੀ ਆ ਗਈ 50% ਪਾਸ। ਹੁਣ ਪਰਸੈਂਟੇਜ ਦੇ ਵਿੱਚ ਆ ਗਈ ਆਪਣੇ ਕੋਲ ਵੈਲਿਊ 50%। ਠੀਕ ਹੈ, 50% ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 2500। ਕੁਐਸਚਨ ਦੇ ਵਿੱਚ ਗਿਵਨ ਹੈ ਨਾ ਆਪਣੇ ਕੋਲ। ਹੁਣ ਦੇਖੋ ਅੱਧੇ ਬੱਚੇ ਪਾਸ ਹੈ, ਤਾਂ ਆਪਾਂ ਨੇ ਫਾਈਂਡ ਕੀ ਕਰਨੇ ਟੋਟਲ, ਮਤਲਬ ਟੋਟਲ ਅਪੀਅਰ ਕਿੰਨੇ 50% ਦੀ ਵੈਲਿਊ ਆ ਹੈ ਤਾਂ 100% ਕੀ ਹੋ ਜਾਊਗਾ ਡਬਲ ਹੋ ਜਾਊਗਾ ਨਾ। 2500 ਡਬਲ ਕਿੰਨਾ ਹੁੰਦਾ 5000 5000। ਇਹੀ ਆਪਣਾ ਰਾਈਟ ਆਨਸਰ ਹੋ ਜਾਏਗਾ। ਠੀਕ ਹੈ, ਇਸ ਤਰ੍ਹਾਂ ਤੁਸੀਂ ਸਿੰਪਲੀ ਇਹਨਾਂ ਕੁਐਸਚਨਸ ਨੂੰ ਕਰ ਸਕਦੇ ਹੋ। ਹਾਂਜੀ 12th ਕੁਐਸਚਨ ਪੜ੍ਹੋ ਧਿਆਨ ਨਾਲ। The expense on rice, wheat and oil of a family are in ratio। ਹਾਂਜੀ ਐਕਸਪੈਂਸ ਦੀ ਰੇਸ਼ੋ ਦਿੱਤੀ ਹੋਈ ਹੈ ਰਾਈਸ, ਵੀਟ ਅਤੇ ਆਇਲ ਹੈ ਨਾ 12 17 ਤੇ 3। ਠੀਕ ਹੈ ਜੀ। ਦ ਪ੍ਰਾਈਸ ਆਫ ਦੀਸ ਆਰਟੀਕਲਸ ਆਰ ਇਨਕਰੀਜ਼ਡ ਬਾਈ 20%। ਹੁਣ ਦੇਖੋ ਪ੍ਰਾਈਸ ਇਨਕਰੀਜ਼ ਕਰ ਗਿਆ ਇਹਨਾਂ ਦਾ। ਰਾਈਸ ਦਾ ਪਹਿਲਾਂ ਦੇਖੋ ਐਕਸਪੈਂਸ ਦੀ ਰੇਸ਼ੋ ਦਿੱਤੀ ਹੋਈ ਹੈ ਨਾ, ਪ੍ਰਾਈਸ ਕੀ ਕਰ ਗਿਆ ਰਾਈਸ ਕਰ ਗਿਆ ਇਹਨਾਂ ਦਾ, ਵੱਧ ਗਿਆ 20% ਵੱਧ ਗਿਆ ਰਾਈਸ ਦਾ, ਵੀਟ ਦਾ 30% ਤੇ 50% ਕਾਹਦਾ ਵੱਧ ਗਿਆ ਆਇਲ ਦਾ। ਤਾਂ ਟੋਟਲ ਐਕਸਪੈਂਸ ਆਫ ਫੈਮਿਲੀ ਔਨ ਦਾ ਆਰਟੀਕਲ ਇਜ਼ ਇਨਕਰੀਜ਼ਡ ਬਾਏ, ਕਹਿੰਦਾ ਟੋਟਲ ਖਰਚਾ ਕਿੰਨਾ ਵਧਿਆ। ਠੀਕ ਹੈ, ਇੰਡੀਵਿਜੂਅਲ ਦਿੱਤਾ ਹੋਇਆ 20%। ਹੁਣ 12 ਦਾ 20% ਕੱਢ ਲੈਂਦੇ ਆਪਾਂ, 10% ਕਿੰਨਾ ਹੋਊਗਾ 1/2 2.4 ਹੋ ਗਿਆ। ਠੀਕ ਹੈ ਜੀ 2.4 ਹੋ ਗਿਆ। ਇੱਥੇ 30% ਕਿੰਨਾ ਆਊਗਾ ਇਹਦਾ 17 × 3 ਕਿੰਨਾ ਹੁੰਦਾ 51 ਹੁੰਦਾ, ਯਾਨੀ ਕਿ 5.1 ਇੱਥੇ ਵੱਧ ਗਿਆ। ਅਤੇ 50% ਕਿੰਨਾ ਹੋ ਗਿਆ 1.5, ਇਹਦਾ ਕਿੰਨਾ ਹੋ ਗਿਆ 1.5 ਹੋ ਗਿਆ। ਇਹਨਾਂ ਨੂੰ ਐਡ ਕਰ ਲਵਾਂਗੇ 2 ਤਾਂ 5 ਕਿੰਨਾ ਹੋ ਗਿਆ ਤੁਹਾਡਾ 7 7 ਤੱਕ 8 ਹੈ ਨਾ 8 9 ਹੋ ਗਿਆ ਟੋਟਲ। ਠੀਕ ਹੈ 9 ਦਾ ਇਨਕਰੀਮੈਂਟ ਆਇਆ। ਠੀਕ ਹੈ ਜੀ 9 ਦਾ ਇਨਕਰੀਮੈਂਟ ਆਇਆ ਕਿੱਥੋਂ ਆਇਆ 12 17 ਅਤੇ 3 ਕਿੰਨੇ ਹੁੰਦੇ ਤੁਹਾਡੇ 20, ਯਾਨੀ ਕਿ 32 9/32 ਆਪਣਾ ਆਨਸਰ ਆ ਜਾਏਗਾ। ਠੀਕ ਹੈ, ਇਹਨੂੰ ਪਰਸੈਂਟੇਜ ਦੇ ਵਿੱਚ ਸੋਲਵ ਕਰਨਾ ਤਾਂ 100 ਨਾਲ ਮਲਟੀਪਲਾਈ ਕਰ ਦਿਓ, 4 ਨਾਲ ਕੈਂਸਲ ਕਰ ਦਿਓ, ਇੱਥੇ 25 ਆ ਗਿਆ। 25 ਬਾਏ ਕਿੰਨਾ ਆ ਗਿਆ 25 × 9/8। ਹੁਣ 25 ਨੂੰ ਇੱਦਾਂ ਲੈਣ ਤੋਂ 9/8 ਕਿੰਨਾ ਹੁੰਦਾ 1 × 1/8। ਠੀਕ ਹੈ ਜੀ ਆ ਕਿੰਨਾ ਹੁੰਦਾ 1 × 1/8। ਅਤੇ ਇਹ ਕਿੰਨਾ ਹੋ ਗਿਆ ਸਾਡਾ 25 + 25/8। ਠੀਕ ਹੈ, ਯਾਨੀ ਕਿ ਇਹ ਕਿੰਨਾ ਹੋ ਜਾਏਗਾ ਸਾਡਾ 3 1/8, ਜਾਂ ਫਿਰ ਆਪਾਂ ਇੱਦਾਂ ਵੀ ਲਿਖ ਸਕਦੇ 28 1/8% ਆਪਣਾ ਰਾਈਟ ਆਨਸਰ ਹੋ ਜਾਏਗਾ। ਕਲੀਅਰ ਹੈ ਜੀ। ਸੋਲਵ ਕਰਨਾ ਜਿੱਦਾਂ ਮਰਜ਼ੀ ਸੋਲਵ ਕਰ ਲਓ, 225/8 ਕਰ ਲਓ। ਠੀਕ ਹੈ, ਤਾਂ ਵੀ ਇੰਨਾ ਹੀ ਆਨਸਰ ਆਏਗਾ ਆਪਣਾ। ਕਲੀਅਰ ਹੈ ਜੀ, ਸਿੰਪਲ ਜਿਹਾ ਕੁਐਸਚਨ ਸੀ ਇਹ ਵੀ। ਨੈਕਸਟ ਕੁਐਸਚਨ ਦੇਖਦੇ ਹਾਂ 13th ਕੁਐਸਚਨ। ਹਾਂਜੀ ਪੜ੍ਹੋ ਜੀ ਧਿਆਨ ਨਾਲ 13th ਕੁਐਸਚਨ ਨੂੰ। The number of students appeared from a school for the examination in the 3 consecutive years are in the ratio। ਦੇਖੋ ਕੋਈ ਸਕੂਲ ਹੈ ਉਹਦੇ ਵਿੱਚ ਐਗਜ਼ਾਮੀਨੇਸ਼ਨ ਲਈ ਅਪੀਅਰ ਹੋਇਆ 3 ਸਾਲ ਬੱਚੇ, ਪਹਿਲਾਂ ਕਿਸ ਰੇਸ਼ੋ ਦੇ ਵਿੱਚ ਹੋਇਆ 7 8 ਅਤੇ 10। ਠੀਕ ਹੈ, ਅਤੇ ਅੱਗੇ ਉਹਨਾਂ ਦੀ ਦਿੱਤੀ ਹੋਈ ਹੈ ਪਰਸੈਂਟੇਜ 75%, 87%, 93.75% ਆਫ ਦਾ ਸਟੂਡੈਂਟਸ ਆਫ ਦਾ ਰਿਸਪੈਕਟਿਵ ਈਅਰਸ ਵਰ ਸਕਸੈਸਫੁਲ। ਇਹਨਾਂ ਵਿੱਚੋਂ ਪਾਸ ਕਿੰਨੇ ਹੋਏ ਆ ਪਹਿਲੇ ਸਾਲ ਕਿੰਨੇ ਹੋਏ ਆ ਜੀ 75%। ਠੀਕ ਹੈ, ਦੂਜੇ ਸਾਲ ਕਿੰਨੇ ਹੋਏ 87.5%, ਅਤੇ ਥਰਡ ਈਅਰ ਕਿੰਨੇ ਹੋਏ ਆ 93.75%। ਵਟ ਇਜ਼ ਦਾ ਪਰਸੈਂਟੇਜ ਆਫ ਦਾ ਸਟੂਡੈਂਟਸ ਹੂ ਵਰ ਸਕਸੈਸਫੁਲ ਡਿਊਰਿੰਗ ਦੀਜ਼ 3 ਈਅਰਸ ਟੇਕਨ ਟੂਗੈਦਰ। ਆਪਾਂ ਟੋਟਲ ਕੱਢਣਾ ਕਿ 3 ਸਾਲਾਂ ਦੇ ਵਿੱਚ ਟੋਟਲ ਬੱਚੇ ਕਿੰਨੇ ਪਾਸ ਰਹੇ ਆ। ਠੀਕ ਹੈ, ਅਤੇ ਕਿੱਦਾਂ ਕਰਾਂਗੇ ਇਹਨੂੰ 2 ਤਰੀਕੇ ਨਾਲ ਕਰ ਸਕਦੇ ਹਾਂ, ਦੇਖੋ ਧਿਆਨ ਨਾਲ। ਠੀਕ ਹੈ, ਜਾਂ ਤਾਂ ਆਪਾਂ ਇੱਦਾਂ ਕਰ ਲੈਂਦੇ ਹਾਂ ਕਿ ਇਹਨੂੰ ਦੇਖੋ ਥੋੜ੍ਹਾ ਹੋਰ ਸਿੰਪਲੀਫਾਈ ਜਿਹਾ ਕਰ ਲੈਂਦੇ ਹਾਂ, 70 80 ਅਤੇ 100 ਵੀ ਲਿਖ ਸਕਦਾ ਮੈਂ। ਠੀਕ ਹੈ, ਰੇਸ਼ੋ ਦੇ ਵਿੱਚ ਕੋਈ ਫਰਕ ਨਹੀਂ ਪਏਗਾ। ਪਹਿਲੇ ਸਾਲ 75% ਹੋਏ ਹੈ ਨਾ 3/4, 75% ਕਿੰਨਾ ਹੁੰਦਾ 3/4। ਕਾਹਦਾ ਕਰਨਾ ਤੁਸੀਂ 70 ਦਾ ਕਰਨਾ ਹੈ ਨਾ। ਇਹ ਕਿੰਨਾ ਆ ਜਾਏਗਾ ਤੁਹਾਡਾ 210/4। ਠੀਕ ਹੈ, ਅਤੇ ਇਹਨੂੰ ਕੈਂਸਲ ਕਰ ਲਓ। ਠੀਕ ਹੈ, 210 ਦਾ ਅੱਧ ਕਿੰਨਾ ਹੁੰਦਾ 105, ਇਹਦਾ ਕਿੰਨਾ ਹੋ ਗਿਆ 52.5। ਠੀਕ ਹੈ 52.5। 70 ਦੇ ਵਿੱਚੋਂ 52.5 ਬੱਚੇ ਪਾਸ ਹੋਏ ਹੈ ਨਾ, ਅਤੇ 87.5 ਕਿੰਨਾ ਹੁੰਦਾ 7/8। ਠੀਕ ਹੈ, ਕਾਹਦਾ ਕਰਾਂਗੇ 80 ਦਾ ਕਰਾਂਗੇ, ਇਹ ਤਾਂ ਸਿੰਪਲੀ ਕਿੰਨਾ ਆ ਗਿਆ 70 ਆ ਗਿਆ। ਠੀਕ ਹੈ, 100 ਦਾ 93.75%, ਇਹ ਤਾਂ ਉਨਾ ਹੀ ਆ ਜਾਏਗਾ ਸਾਡਾ। ਠੀਕ ਹੈ ਜੀ, ਇਹ ਤਾਂ ਉਨਾ ਹੀ ਆ ਜਾਏਗਾ। ਹੁਣ ਦੇਖੋ ਤੁਸੀਂ ਉਹਨਾਂ ਨੂੰ ਓਵਰਆਲ ਪੁੱਛਿਆ ਹੋਇਆ ਨਾ, ਪਹਿਲਾਂ ਇਹਨਾਂ ਨੂੰ ਐਡ ਕਰ ਲੈਂਦੇ ਆਪਾਂ 93.75
प्लस कितना है 70 है अपना, तो होर कितना है 52.50, ठीक है। इतने कितना हो गया 5, इतने 12 हो गया, 3 2 5 1 6 हो गया, तो 16 5 21, ठीक है। ये कितना हो गया 216.25, ठीक है। ओवरऑल पूछा हुआ ना उन्होंने 216.25 बच्चे पास होए, ठीक है। ओवरऑल टोटल है कितने से 70 ਤੇ 80 कितना होंगे थोड़ा, ठीक है जी। ये कितना हो गया 230, सॉरी 250, ठीक है जी। 70 8 7 15, ठीक है। ये हो गया 150 तो 100 कितना हो गया 250, 216/250 कर दो, इंटू कर दो 100 ना, ठीक है। ਇੱਦਾਂ ਵੀ ਆਪਣਾ ਆਨਸਰ ਆ ਜਾਏਗਾ, ਠੀਕ ਹੈ। ਸੋਲਵ ਕਰ ਲੈਂਦੇ ਇਹਨੂੰ। ਇੱਥੇ ਕਿੰਨਾ ਆ ਗਿਆ 100 ਆਪਣਾ, ਅਤੇ 5 ਨਾਲ ਕੈਂਸਲ ਕਰ ਦਿੰਦੇ ਹਾਂ ਪਹਿਲਾਂ, ਠੀਕ ਹੈ ਜੀ। ਇਹ ਸਿੱਧਾ 25 ਨਾਲ ਕੈਂਸਲ ਕਰ ਦਿੰਦੇ ਹਾਂ। 5 ਗੁਣਾ 8 ਕਿੰਨਾ ਹੁੰਦਾ 200, 25 ਗੁਣਾ 8 200, ਠੀਕ ਹੈ। ਅਤੇ ਨੈਕਸਟ 6 ਨਾਲ ਜਾਏਗਾ 5, ਠੀਕ ਹੈ। ਅਤੇ ਪੁਆਇੰਟ ਲੱਗ ਜਾਏਗਾ। ਇਹ ਕਿੰਨਾ ਆ ਗਿਆ ਆਪਣਾ 86.5% ਆਪਣਾ ਇੱਥੋਂ ਆਨਸਰ ਆ ਜਾਏਗਾ, ਠੀਕ ਹੈ। ਇਸ ਤਰ੍ਹਾਂ ਵੀ ਤੁਸੀਂ ਸੋਲਵ ਕਰ ਸਕਦੇ ਹੋ। ਅਤੇ ਦੂਜਾ ਤਰੀਕਾ ਕੀ ਆ ਉਹ ਵੀ ਦੇਖ ਲੈਂਦੇ ਹਾਂ, ਠੀਕ ਹੈ। ਦੂਜਾ ਮਿਨੀਮਮ ਪਰਸੈਂਟੇਜ ਡਿਸਟਰੀਬਿਊਸ਼ਨ ਦਾ ਵੀ ਕਰ ਦੇਵਾਂਗੇ। ਉਹ ਕਿੱਦਾਂ ਕਰਾਂਗੇ ਦੇਖੋ ਧਿਆਨ ਨਾਲ। ਦੇਖੋ 75% ਇੱਥੇ ਹੈ, ਠੀਕ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਉਹ ਕਰ ਲੈਂਦੇ ਹਾਂ, ਥੋੜ੍ਹਾ ਬ੍ਰੇਕ ਕਰ ਲੈਂਦੇ ਹਾਂ। 75% ਪਲੱਸ 12.5% ਵੀ ਲਿਖ ਸਕਦਾ ਮੈਂ ਇਹਨੂੰ, ਕਲੀਅਰ ਹੈ ਜੀ। ਅਤੇ ਇਹਨੂੰ ਵੀ ਮੈਂ ਇੱਦਾਂ ਲਿਖ ਸਕਦਾ 75% ਪਲੱਸ ਕਿੰਨਾ ਹੋ ਜਾਏਗਾ ਤੁਹਾਡਾ 18.75%, ਠੀਕ ਹੈ ਜੀ। ਇੱਦਾਂ ਬ੍ਰੇਕ ਕਰਕੇ ਲਿਖ ਸਕਦਾ। ਯਾਨੀ ਕਿ 75% ਬੱਚੇ ਤਾਂ ਹਰੇਕ ਸਾਲ ਪਾਸ ਹੋਏ ਹੀ ਹੈ, ਚਾਹੇ ਫਸਟ ਈਅਰ, ਚਾਹੇ ਸੈਕੰਡ ਈਅਰ, ਚਾਹੇ ਤੁਹਾਡਾ ਥਰਡ ਈਅਰ ਹੈ, ਠੀਕ ਹੈ। ਇੰਨੀ ਚੀਜ਼ ਤੁਹਾਨੂੰ ਕਲੀਅਰ ਹੋਏਗੀ, ਠੀਕ ਹੈ। ਪਹਿਲੇ ਸਾਲ ਵੀ 75% ਆ, ਦੂਜੇ ਸਾਲ ਵੀ ਮਿਨੀਮਮ 75% ਤਾਂ ਹੈ ਹੀ ਆਪਣੇ ਕੋਲ, ਠੀਕ ਹੈ। ਐਕਸਟਰਾ ਕਿੰਨੇ ਆ ਦੇਖੋ, ਦੂਜੇ ਸਾਲ ਕਿੰਨੇ ਆ 12.5 ਬੱਚੇ ਐਕਸਟਰਾ ਹੈ, ਠੀਕ ਹੈ। 12.5% ਐਕਸਟਰਾ ਹੈ, ਅਤੇ ਹੈ ਕਿੰਨੇ ਆ 8, ਠੀਕ ਹੈ। ਪਲੱਸ ਦਾ ਸਾਈਨ ਲਾ ਲੈਂਦੇ ਹਾਂ। ਅਤੇ ਥਰਡ ਈਅਰ ਕਿੰਨੇ ਆ 18.75%, ਠੀਕ ਹੈ। ਬੱਚੇ ਕਿੰਨੇ ਸੀਗੇ 10। ਅਤੇ ਇਹ ਸਾਰਾ ਜਿੰਨੇ ਇੱਥੋਂ ਨਿਕਲ ਕੇ ਆਊਗਾ ਆਨਸਰ ਤਿੰਨਾਂ ਵਿੱਚ ਡਿਸਟਰੀਬਿਊਟ ਹੋਏਗਾ ਤੁਹਾਡਾ, ਠੀਕ ਹੈ। ਤਿੰਨੇ ਕਿੰਨੇ ਆ 8 7 15 ਦੇ 10 ਕਿੰਨੇ ਹੋ ਗਏ 25, 25 ਦੇ ਵਿੱਚ ਡਿਸਟਰੀਬਿਊਟ ਹੋਏਗਾ, ਠੀਕ ਹੈ। ਅਤੇ ਕਿੰਨਾ ਪਰਸੈਂਟ ਬਣਦਾ ਇੱਥੋਂ ਕੈਲਕੂਲੇਟ ਕਰ ਲੈਂਦੇ ਹਾਂ। 12.5 ਗੁਣਾ 8 ਕਿੰਨਾ ਹੁੰਦਾ 100, 100 ਹੁੰਦਾ ਸਾਡਾ, ਠੀਕ ਹੈ ਜੀ। ਪਲੱਸ ਅਤੇ 18.75 ਨੂੰ 10 ਨਾਲ ਮਲਟੀਪਲਾਈ ਕੀਤਾ ਕਿੰਨਾ ਹੋ ਗਿਆ 187.5 ਡਿਵਾਈਡ ਬਾਏ 25, ਠੀਕ ਹੈ। ਇਹ ਕਿੰਨਾ ਹੋਗਾ 287.5 ਡਿਵਾਈਡ ਬਾਏ 25, ਠੀਕ ਹੈ। 25 ਹੋ ਗਿਆ, ਅਤੇ ਇਹਨੂੰ ਕੈਂਸਲ ਕਰ ਦਿਓ 25 ਨਾਲ। ਇਹ ਜਾਏਗਾ 1 ਟਾਈਮਸ 37, ਫਿਰ 1 ਟਾਈਮਸ ਜਾਏਗਾ, ਅਤੇ 0.5, ਠੀਕ ਹੈ ਜੀ। 11.5% ਆ ਗਿਆ, ਠੀਕ ਹੈ। ਇਹ ਸਾਰਿਆਂ ਵਿੱਚ ਡਿਸਟਰੀਬਿਊਟ ਹੋਏਗਾ ਤੁਹਾਡਾ, ਠੀਕ ਹੈ। ਅਤੇ ਆਪਣੇ ਕੋਲ ਸਟਾਰਟਿੰਗ ਵਿੱਚ 75% ਤਾਂ ਸਾਰਿਆਂ ਵਿੱਚੋਂ ਪਾਸ ਹੋਏ ਸੀ ਉਹ, ਕਲੀਅਰ ਹੈ ਜੀ। 75% ਅਤੇ 11.5% ਹੋਰ ਇਹਦੇ ਵਿੱਚ ਐਡ ਕਰ ਦੇਵਾਂਗੇ, ਠੀਕ ਹੈ। ਇਹ ਕਿੰਨਾ ਹੋ ਗਿਆ 86.5% ਸਾਡਾ, ਫਿਰ ਉਹੀ ਆਨਸਰ ਆ ਗਿਆ, ਠੀਕ ਹੈ ਜੀ। ਇੱਦਾਂ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ। ਇਹ ਸੀਗੇ ਕੁਛ ਕੁਐਸਚਨਸ ਪਰਸੈਂਟੇਜ ਦੇ। ਆਈ ਹੋਪ ਤੁਹਾਨੂੰ ਸਮਝ ਆਏ ਹੋਣਗੇ, ਠੀਕ ਹੈ। ਅਤੇ ਇੱਦਾਂ ਹੀ ਸਿੱਖਦੇ ਰਹੋ, ਅਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਲਾਈਕ ਵੀ ਕਰ ਸਕਦੇ ਹੋ। ਥੈਂਕ ਯੂ ਗਾਇਜ਼।